ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋਗ। ਗੁਰੂ ਰੂਪ ਖਾਲਸਾ ਸਾਧ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਸੱਜ ਰਹੇ ਦੀਵਾਨ ਵਿੱਚ ਆਪ ਸਭ ਸੰਗਤ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਬਾਣੀ ਨਿਤਨੇਮ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ ਅੰਮ੍ਰਿਤ ਬਾਣੀ ਦੀ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਮ ਖੰਡ ਕੀ ਬਾਣੀ ਚੋਰ। ਸਾਧ ਸੰਗਤ, ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਸਿੱਧਾ ਨੇ ਪ੍ਰਸ਼ਨ ਕੀਤਾ, ਸਤਿਗੁਰੂ ਜੀ, ਹੁਣ ਆਪ ਜੀ ਸਾਨੂੰ ਕਰਮ ਖੰਡ ਬਾਰੇ ਦੱਸਣਾ ਕਰੋ। ਕਰਮ ਨਾਮ ਹੁੰਦਾ ਕਮਾਈ ਦਾ, ਮਿਹਨਤ ਦਾ। ਸਤਿਗੁਰੂ ਮਹਾਰਾਜ ਬਚਨ ਕਰਤੇ ਭਾਈ, ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਸਵਾਸ ਸਵਾਸ ਕਰਕੇ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰਿ ਹਰਿ ਕਾਈਐ। ਜਿਹੜੇ ਹਰ ਸਮੇਂ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖਦੇ ਨੇ। ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮਹਿ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਪਰਮੇਸ਼ਰ ਦੀ ਬਾਣੀ ਦਾ ਜ਼ੋਰ ਆ ਜਾਂਦਾ ਹੈ। ਉਹਨਾਂ ਦੀ ਜਿਹੜੀ ਪ੍ਰਤੱਖ ਬਾਣੀ ਹੈ ਨਾ, ਉਹਦੇ ਵਿੱਚ ਤਾਕਤ ਆ ਜਾਂਦੀ ਹੈ। ਜੋ ਉਹ ਗੁਰਮੁਖ ਬੋਲਦੇ ਨੇ ਉਹ ਸੱਚ ਹੋ ਜਾਂਦਾ ਹੈ। ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋ ਬੰਦੇ। ਜੋ ਵੀ ਬਚਨ ਕਰ ਦਿੱਤਾ ਉਹ ਪੂਰਾ ਹੋ ਜਾਂਦਾ ਹੈ। ਸਾਧ ਸੰਗਤ, ਜਿਸ ਤਰ੍ਹਾਂ ਭਾਈ ਗੋਦੜੀਆ ਜੀ ਹੋਏ ਹਨ, ਭਾਈ ਭਗਤੂ ਜੀ, ਉਹਨਾਂ ਦੇ ਸੁਪੁੱਤਰ ਭਾਈ ਗੌਰਾ ਜੀ, ਇਹਨਾਂ ਦੇ ਪਾਸ ਇਹ ਮਹਾਤਮਾ ਰਿਹਾ ਕਰਦੇ, ਬ੍ਰਹਮ ਗਿਆਨੀ, ਤਤ ਬੇਤੇ, ਬਹੁਤ ਜ਼ਿਆਦਾ ਬੰਦਗੀ ਕਰਨ ਵਾਲੇ। ਰੋਜ਼ਾਨਾ ਇੱਕ ਹੀ ਪਾਠ ਸ੍ਰੀ ਜਪਜੀ ਸਾਹਿਬ ਦੇ ਬੜੇ ਨੇਮ ਪਿਆਰ ਦੇ ਨਾਲ ਕਰਨੇ, ਨਾਮ ਜਪਣਾ। ਇੱਕ ਦਿਨ ਭਾਈ ਗੌਰੇ ਨੇ ਕਿਸੇ ਨੌਕਰ ਨੂੰ ਬੁਰਾ ਭਲਾ ਕਹਿਣਾ ਕੀਤਾ, ਕਈ ਤਰ੍ਹਾਂ ਦੇ ਨਾਲ ਝਟਕਾਂ ਮਾਰੀਆਂ। ਉਸ ਸਮੇਂ ਭਾਈ ਗੋਦੜੀਆ ਜੀ ਚੱਕੀ ਪੀ ਰਹੇ ਸਨ। ਕਹਿਣ ਲੱਗੇ, ਭਾਈ ਗੌਰਿਆ,
ਤੂੰ ਇਸ ਗਰੀਬ ਨੂੰ ਕਿਉਂ ਝਟਕਾ ਮਾਰਦਾ ਹੈ, ਕਿਉਂ ਬੁਰਾ ਕਹਿੰਦਾ ਭਾਈ। ਉਸ ਸਮੇਂ ਭਾਈ ਗੌਰੇ ਨੇ ਭਾਈ ਗੋਦੜੀਏ ਨੂੰ ਵੀ ਕਈ ਤਰ੍ਹਾਂ ਦੇ ਨਾਲ ਬੁਰਾ ਆਖਿਆ, ਵਾਧੂ ਕਈ ਤਰ੍ਹਾਂ ਦੇ ਸ਼ਬਦ ਬੋਲੇ। ਸੁਣ ਕਰਕੇ ਭਾਈ ਗੋਦੜੀਆ ਜੀ ਕਹਿਣ ਲੱਗੇ, ਤੂੰ ਤਾਂ ਆਫਰਿਆ ਹੋਇਆ ਹੈ। ਇੰਨਾ ਕਹਿੰਦੇ ਸਾਧ ਸੰਗਤ ਉਹ ਆਫਰ ਗਿਆ। ਉਸ ਸਮੇਂ ਭਾਈ ਗੌਰੇ ਨੇ ਫਿਰ ਬੇਨਤੀ ਕੀਤੀ, ਮਹਾਰਾਜ ਮੇਰੇ ਕੋਲ ਗਲਤੀ ਹੋ ਗਈ, ਮੈਂ ਤੁਹਾਨੂੰ ਵੀ ਬੁਰਾ ਆਖਿਆ ਤੇ ਉਸ ਗਰੀਬ ਨੂੰ ਵੀ ਮਾੜਾ ਆਖਿਆ। ਭਾਈ ਗੋਦੜੀਆ ਜੀ ਕਹਿਣ ਲੱਗੇ, ਜੇ ਕੋਈ ਗਰੀਬ ਹੈ ਉਹ ਕਿਸੇ ਕਾਰਨ ਕਰਕੇ ਹੁੰਦਾ ਹੈ, ਪਰ ਕਿਸੇ ਨੂੰ ਕੌੜੇ ਬਚਨ ਕਹਿ ਕਰਕੇ ਦਿਖਾਉਣਾ ਨਹੀਂ ਚਾਹੀਦਾ, ਮਾੜਾ ਨਹੀਂ ਕਹਿਣਾ ਚਾਹੀਦਾ, ਸਾਰਿਆਂ ਦਾ ਭਲਾ ਸੋਚਣਾ ਚਾਹੀਦਾ। ਅਸੀਂ ਗੁਰੂ ਦੇ ਸਿੱਖ ਹਾਂ। ਤਾਂ ਉਸ ਸਮੇਂ ਸਾਧ ਸੰਗਤ ਭਾਈ ਗੌਰੇ ਨੇ ਮਾਫੀ ਮੰਗੀ ਔਰ ਬੇਨਤੀ ਕੀਤੀ, ਮਹਾਰਾਜ ਹੁਣ ਤੁਸੀਂ ਜਿੱਥੇ ਇੱਛਾ ਹੋਵੋ ਨਾ ਉੱਥੇ ਚਲੇ ਜਾਓ। ਭਾਈ ਗੋਦੜੀਆ ਜੀ ਆਪਣੇ ਘਰ ਆ ਗਏ। ਘਰ ਆ ਕਰਕੇ ਬੰਦਗੀ ਕਰਨ ਲੱਗੇ। ਇੱਕ ਦਿਨ ਸਾਧ ਸੰਗਤ ਘਰ ਵਾਲਿਆਂ ਨੇ ਇਹਨਾਂ ਨੂੰ ਸਰੋਂ ਪੁੱਟਣ ਵਾਸਤੇ ਖੇਤ ਭੇਜ ਦੇਣਾ ਕੀਤਾ। ਜਦੋਂ ਸਰੋਂ ਕੱਟੀ ਜਾਂਦੀ ਹੈ, ਉਹਦੇ ਪਿੱਛੋਂ ਜਿਹੜੇ ਬੂਝੇ ਰਹਿ ਜਾਂਦੇ ਨੇ ਉਹਨਾਂ ਨੂੰ ਪੱਟਿਆ ਜਾਂਦਾ ਹੈ ਨਾ। ਘਰ ਵਾਲਿਆਂ ਨੇ ਖੇਤ ਕੰਮ ਕਰਨ ਵਾਸਤੇ ਭੇਜ ਦਿੱਤਾ ਤੇ ਕੋਈ ਖਬਰਸਾਰ ਨਾ ਲਈ। ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਕੰਮ ਕਰਦੇ ਰਹੇ। ਪਿੱਛੇ ਕੋਈ ਪਾਣੀ ਪ੍ਰਸ਼ਾਦਾ ਕੁਝ ਲੈ ਕੇ ਨਾ ਆਇਆ। ਉਸ ਸਮੇਂ ਰਸਤੇ ਵਿੱਚ ਇੱਕ ਆਦਮੀ ਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਇਹ ਕੀ ਕਰ ਰਹੇ ਹੋ? ਕਹਿੰਦੇ ਮੈਂ ਆਪਣੇ ਘਰ ਵਾਲਿਆਂ ਦੇ ਬੂਟੇ ਪੱਟ ਰਿਹਾ, ਘਰ ਵਾਲਿਆਂ ਦੀਆਂ ਜੜ੍ਹਾਂ ਪੱਟੀ ਜਾਂਦਾ ਬਸ। ਇਹਨਾਂ ਵਚਨ ਕਹਿਣ ਦੀ ਦੇਰ ਸੀ, ਸਾਧ ਸੰਗਤ ਸਾਰੇ ਪਰਿਵਾਰ ਵਾਲੇ ਕਿਸੇ ਨਾ ਕਿਸੇ ਕਾਰਨ ਕਰਕੇ ਮਰ ਗਏ। ਭਾਈ ਸਾਹਿਬ ਜੀ ਫਿਰ ਆਪਣੀ ਮਰਜ਼ੀ ਦੇ ਨਾਲ ਮਸਤ ਸੁਭਾਅ ਦੇ ਵਿੱਚ ਨਾਮ ਦੇ ਰੰਗ ਵਿੱਚ ਵਿਚਰਨ ਲੱਗੇ। ਇੱਕ ਦਿਨ ਕਿਸੇ ਜ਼ਿਮੀਂਦਾਰ ਨੇ ਕੋਈ ਮਜ਼ਦੂਰ ਨਾ ਮਿਲਿਆ ਤੇ ਆਪਣੇ ਖੇਤ ਵਾਢੀ ਵਾਸਤੇ ਲੈ ਗਿਆ। ਸਵੇਰ ਤੋਂ ਲੈ ਕਰਕੇ ਖੇਤ ਕੰਮ ਕਰਨ ਲੱਗੇ। ਦੁਪਹਿਰਾ ਲੰਘ ਗਿਆ। ਉਸ ਸਮੇਂ ਕਿਸੇ ਨੇ ਆ ਕਰਕੇ ਜ਼ਿਮੀਂਦਾਰ ਨੂੰ ਆਖਿਆ ਵੀ ਇਹ ਮਹਾਂਪੁਰਖ ਨੇ ਜਿਨ੍ਹਾਂ ਨੂੰ ਤੂੰ ਕੰਮ ਲਾਇਆ ਹੋਇਆ, ਤੇ ਜਿਹੜਾ ਬਚਨ ਇਹ ਰਸਨਾ ਤੋਂ ਕਹਿ ਦੇਣ ਪੂਰਾ ਹੋ ਜਾਂਦਾ ਹੈ। ਜੇ ਇਹਨਾਂ ਨੇ ਤੈਨੂੰ ਕੋਈ ਸ਼ਰਾਪ ਦੇ ਦਿੱਤਾ ਤੇ ਸਾਰੇ ਪਰਿਵਾਰ ਸਹਿਤ ਮਾਰਿਆ ਜਾਏਗਾ। ਉਸ ਸਮੇਂ ਜ਼ਿਮੀਂਦਾਰ ਆ ਕੇ ਪੁੱਛਣ ਲੱਗਿਆ, ਮਹਾਰਾਜ ਤੁਸੀਂ ਕੀ ਛਕੋਗੇ, ਮੈਂ ਤੁਹਾਡੀ ਸੇਵਾ ਕਰਨੀ। ਕਹਿੰਦੇ ਭਾਈ ਅਸੀਂ ਦਹੀਂ ਛਕਣਾ ਹੈ। ਤੇ ਉਸ ਜ਼ਿਮੀਂਦਾਰ ਦੀ ਮਾਤਾ ਸਾਧ ਸੰਗਤ ਦਹੀਂ ਲੈ ਕੇ ਆਈ, ਪਰ ਉਸ ਮਾਤਾ ਨੇ ਲਾਲ ਮਿਰਚਾਂ ਵੱਧ ਪਾ ਦਿੱਤੀਆਂ। ਜਦੋਂ ਭਾਈ ਸਾਹਿਬ ਨੇ ਦਹੀਂ ਖਾਧਾ ਤੇ ਮੂੰਹ ਮੱਚ ਗਿਆ। ਕਹਿਣ ਲੱਗੇ, ਮਾਤਾ ਤੂੰ ਆ ਕੀ ਕੀਤਾ? ਦਹੀਂ ਵਿੱਚ ਇੰਨੀਆਂ ਮਿਰਚਾਂ ਪਾਈਆਂ ਤੇਰੇ ਸੱਪ ਲੜ ਜੇ। ਤੇ ਸਾਧ ਸੰਗਤ ਕੁਝ ਦਿਨਾਂ ਬਾਅਦ ਉਸ ਮਾਤਾ ਦੇ ਸੱਪ ਲੜ ਕੇ ਮੌਤ ਹੋ ਗਈ। ਇਸ ਤਰ੍ਹਾਂ ਜਿਹੜੇ ਮਹਾਂਪੁਰਖ ਹੁੰਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੀ ਰਸਨਾ ਤੇ ਸੱਚ ਦਾ ਵਾਸਾ ਹੋ ਜਾਂਦਾ ਹੈ ਅਤੇ ਉਹ ਜੋ ਵੀ ਫਿਰ ਮੁਖ ਤੋਂ ਬੋਲਦੇ ਹਨ ਉਹ ਵਚਨ ਸੱਤ ਹੋ ਜਾਂਦੇ ਨੇ। ਉਹ ਸੁਤੇ ਹੀ ਬੋਲਦੇ ਹਨ, ਕਿਸੇ ਨਾਲ ਵੈਰ ਕਰਕੇ ਨਹੀਂ। ਪਰ ਜੇ ਉਹਨਾਂ ਨੂੰ ਕੋਈ ਜਾਣ ਬੁੱਝ ਕੇ ਤੰਗ ਕਰੇ ਫਿਰ ਵੀ ਸੁਤੇ ਹੀ ਉਹਨਾਂ ਦੀ ਰਸਨਾ ਤੋਂ ਕੋਈ ਸ਼ਬਦ ਪ੍ਰਗਟ ਹੋ ਜਾਂਦਾ ਹੈ। ਕਰਮ ਖੰਡ ਕੀ ਬਾਣੀ ਜੋਰ,
ਸਤਿਗੁਰੂ ਮਹਾਰਾਜ ਬਚਨ ਕਰਦੇ ਭਾਈ, ਜਿਹੜਾ ਕਰਮ ਖੰਡ ਹੈ ਉਸ ਵਿੱਚ ਬਾਣੀ ਦਾ ਜ਼ੋਰ ਹੋ ਜਾਂਦਾ ਹੈ, ਤਾਕਤ ਬਣ ਜਾਂਦੀ ਹੈ। ਫਿਰ ਹਿਰਦੇ ਵਿੱਚੋਂ ਜਿਹੜਾ ਅਗਿਆਨ ਹੈ ਸਾਰਾ ਮਿਟ ਜਾਂਦਾ ਹੈ, ਗਿਆਨ ਪ੍ਰਗਟ ਹੋ ਜਾਂਦਾ ਹੈ। ਜੋ ਗੁਰੂ ਦੇ ਸ਼ਬਦ ਦੀ ਬਾਣੀ ਹੈ ਨਾ, ਉਹਦਾ ਉੱਥੇ ਜ਼ੋਰ ਚੱਲ ਜਾਂਦਾ ਹੈ, ਤਾਕਤ ਹੈ। ਤਾਂ ਬਾਣੀ ਵਿੱਚ ਬੇਅੰਤ ਜ਼ੋਰ, ਤਾਕਤ ਹੈ। ਕਰਮਖੰਡ ਵਿੱਚ ਪਹੁੰਚ ਕਰਕੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹਨ ਉਹ ਬਾਣੀ ਦਾ ਰੂਪ ਹੀ ਹੋ ਜਾਂਦੇ, ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਂਦਾ ਹੈ ਤੇ ਮਨ ਵਿੱਚੋਂ ਔਗਣ, ਪਾਪ, ਵਿਕਾਰ ਸਾਰੇ ਹੀ ਧੋਤੇ ਜਾਂਦੇ ਹਨ। ਕਰਮ ਖੰਡ ਕੀ ਬਾਣੀ ਜੋਰ, ਕਰਮ ਨਾਮ ਸਾਧ ਸੰਗਤ ਫਾਰਸੀ ਵਿੱਚ ਬਖਸ਼ਿਸ਼ ਨੂੰ ਵੀ ਕਹਿੰਦੇ ਹਨ। ਮਹਾਰਾਜ ਕਹਿੰਦੇ ਜਿਹੜਾ ਕਰਮ ਖੰਡ ਹੈ ਨਾ, ਉੱਥੇ ਵਾਹਿਗੁਰੂ ਵੱਲੋਂ ਬਖਸ਼ਿਸ਼ ਹੁੰਦੀ ਹੈ, ਜਿਸ ਕਰਕੇ ਹਿਰਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਅਗਿਆਨ, ਭਰਮ, ਮੋਹ ਮਾਇਆ ਨਹੀਂ ਰਹਿੰਦਾ, ਸਾਰੇ ਦੂਰ ਹੋ ਜਾਂਦੇ ਹਨ। ਭਗਤਾਂ ਦੇ ਹਿਰਦੇ ਵਿੱਚ ਜਿਹੜਾ ਕਰਮ ਖੰਡ ਵਿੱਚ ਆ ਕਰਕੇ ਵਸ ਜਾਂਦਾ ਹੈ, ਉੱਥੇ ਸ਼ਬਦ ਦਾ ਜ਼ੋਰ ਹੋ ਜਾਂਦਾ ਹੈ। ਉਹਨਾਂ ਦੇ ਰਸਨਾ ਤੇ ਜਿਹੜਾ ਸ਼ਬਦ ਹੁੰਦਾ ਹੈ ਉਹ ਪੂਰਾ ਹੋ ਜਾਂਦਾ ਹੈ। ਉਹ ਆਪਣੀ ਰਸਨਾ ਤੋਂ ਸ਼ਬਦ ਕਿਸੇ ਨੂੰ ਵੀ ਉਪਦੇਸ਼ ਕਰਦੇ ਨੇ ਨਾ। ਸਾਧ ਸੰਗਤ ਦੇਖੋ, ਜਿਹੜੇ ਬੰਦਗੀ ਵਾਲੇ ਮਹਾਂਪੁਰਖ ਹੁੰਦੇ ਨੇ, ਉਹਨਾਂ ਦੀ ਰਸਨਾ ਤੋਂ ਅਸੀਂ ਕੀਰਤਨ ਸੁਣ ਲਈਏ, ਕਥਾ ਸੁਣ ਲਈਏ, ਮਨ ਇਕਾਗਰ ਹੋ ਜਾਂਦਾ ਹੈ। ਜਿਨ੍ਹਾਂ ਦਾ ਮਨ ਇਕਾਗਰ ਹੋਇਆ ਹੁੰਦਾ ਹੈ, ਉਸ ਅਵਸਥਾ ਵਿੱਚ ਜਾ ਕੇ ਟਿਕਿਆ ਹੁੰਦਾ ਹੈ, ਉਹਨਾਂ ਗੁਰਮੁਖਾਂ ਦੇ ਬਚਨ ਵੀ ਸੁਣ ਕਰਕੇ ਮਨ ਟਿਕ ਜਾਂਦਾ ਹੈ ਤੇ ਉਸ ਅਵਸਥਾ ਦੇ ਆਨੰਦ ਨੂੰ ਮਾਣਦਾ ਹੈ। ਕਰਮਖੰਡ ਦੇ ਵਿੱਚ ਜਿਹੜਾ ਮਹਾਂਪੁਰਖ ਕਿਸੇ ਨੂੰ ਉਪਦੇਸ਼ ਕਰਦਾ ਹੈ, ਉਹ ਉਪਦੇਸ਼ ਫਿਰ ਅਸਰ ਕਰਦਾ ਹੈ। ਜਿਹੜਾ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਦੂਜਿਆਂ ਨੂੰ ਕੇਵਲ ਉਪਦੇਸ਼ ਦੇਣਾ ਕਰਦਾ ਹੈ, ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਖਾਲੀ ਬੰਦੂਕ ਚਲਾ ਦੇਵੇ, ਕੇਵਲ ਖੜਕਾ ਹੁੰਦਾ ਹੈ। ਹੁਣ ਸਾਡੇ ਘਰਾਂ ਵਿੱਚ ਬੰਦੂਕਾਂ ਹੁੰਦੀਆਂ ਨੇ ਨਾ, ਖਾਲੀ ਚਲਾ ਦਈਏ, ਖੜਕਾ ਜ਼ਰੂਰ ਹੋਵੇਗਾ ਪਰ ਉਹ ਕਿਸੇ ਨਿਸ਼ਾਨੇ ਨੂੰ ਨਹੀਂ ਬੰਨ੍ਹਦੀ। ਅਸੀਂ ਕਹਿੰਦੇ ਵੀ ਖਾਲੀ ਸੀ, ਤੇ ਜੇ ਉਹ ਭਰੀ ਹੋਵੇ, ਉਹਦੇ ਵਿੱਚ ਰੌਂਦ ਪਾਏ ਹੋਣ ਤੇ ਚਲਾ ਦਈਏ, ਨਿਸ਼ਾਨੇ ਵੱਲ ਚਲਾਈਏ ਤਾਂ ਨਿਸ਼ਾਨਾ ਬੰਨ੍ਹ ਜਾਂਦੀ ਹੈ। ਇਸ ਤਰ੍ਹਾਂ ਹੀ ਜਿਹੜੇ ਮਹਾਂਪੁਰਖ ਹੁੰਦੇ ਨੇ, ਉਹਨਾਂ ਦਾ ਹਿਰਦਾ ਗਿਆਨ ਦੇ ਨਾਲ, ਕਮਾਈ ਦੇ ਨਾਲ ਭਰਿਆ ਹੁੰਦਾ ਹੈ। ਫਿਰ ਉਹ ਜੋ ਰਸਨਾ ਤੋਂ ਸੁਤੇ ਬੋਲ ਦਿੰਦੇ ਨੇ, ਉਹ ਸਾਧ ਸੰਗਤ ਜਿਹੜੇ ਪਾਸੇ ਨੂੰ ਬੋਲਦੇ ਨੇ, ਜਿਹੜੇ ਧਿਆਨ ਦੇ ਨਾਲ, ਉਹ ਸ਼ਬਦ ਫਿਰ ਅਸਰ ਕਰਦਾ ਹੈ। ਇਸ ਤਰ੍ਹਾਂ ਸਤਿਗੁਰੂ ਸਾਨੂੰ ਸਮਝਾਉਂਦੇ ਭਾਈ, ਜਿਹੜਾ ਕਰਮ ਖੰਡ ਹੈ, ਇੱਥੇ ਸਨਮੁਖ ਦੀ ਅਵਸਥਾ ਆਖੀ ਹੈ। ਜਿਵੇਂ ਸਤਿਗੁਰੂ ਤੇ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਨਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ। ਅਸੀਂ ਧਰਮ ਖੰਡ ਤੋਂ ਸਰਵਣ ਕੀਤਾ। ਜਿਹੜਾ ਧਰਮ ਖੰਡ ਹੈ, ਉਹਦੇ ਵਿੱਚ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਸਤਸੰਗੀ ਹੁੰਦਾ ਹੈ ਨਾ, ਉਹਦੀ ਅਵਸਥਾ ਦੱਸੀ ਹੈ। ਤੇ ਜਿਹੜਾ ਗਿਆਨ ਖੰਡ ਹੈ, ਉਹਦੇ ਵਿੱਚ ਸੇਵਕ ਦੀ ਅਵਸਥਾ ਦੱਸ ਦਿੱਤੀ। ਜਿਹੜਾ ਹੁਣ ਕੱਲ ਸਰਮ ਖੰਡ ਸਰਵਣ ਕੀਤਾ, ਇਹਦੇ ਵਿੱਚ ਸਿੱਖ ਦੀ ਅਵਸਥਾ ਦੱਸੀ ਹੈ। ਤੇ ਅੱਜ ਸਾਨੂੰ ਸਨਮੁਖ ਦੀ ਅਵਸਥਾ ਦੱਸਦੇ ਨੇ, ਜਿਹੜਾ ਵਾਹਿਗੁਰੂ ਦੇ ਸਨਮੁਖ ਹੋ ਜਾਂਦਾ ਹੈ, ਸਾਹਮਣੇ ਹੋ ਜਾਂਦਾ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ,
ਹੋਵੈ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖ, ਉਹਨਾਂ ਦੇ ਜੀਵਨ ਦੇ ਸੁਣੇ ਹੋਏ ਬਚਨ ਹਨ। ਮਹਾਂਪੁਰਖਾਂ ਨੇ ਪਿਛਲੇ ਜਨਮ ਵਿੱਚ ਬਹੁਤ ਬੰਦਗੀ ਕੀਤੀ। ਬੰਦਗੀ ਕਰਦਿਆਂ ਉਹਨਾਂ ਦੀ ਅਵਸਥਾ ਕਰਮ ਖੰਡ ਤੱਕ ਪਹੁੰਚ ਗਈ ਸੀ, ਤੇ ਜਦੋਂ ਆਪਣਾ ਸਰੀਰ ਤਿਆਗਣ ਲੱਗੇ, ਫਿਰ ਮਨ ਵਿੱਚ ਵਿਚਾਰ ਪੈਦਾ ਹੋ ਗਿਆ ਵੀ ਮੈਂ ਬੰਦਗੀ ਤਾਂ ਬਹੁਤ ਕੀਤੀ, ਆਪਣਾ ਜੀਵਨ ਸਫਲ ਕਰ ਲਿਆ, ਪਰ ਪੰਥ ਦੀ ਸੇਵਾ ਨਹੀਂ ਕਰ ਸਕਿਆ। ਪੰਥ ਦੀ ਸੇਵਾ ਜਿਹੜੀ ਵਿਦਿਆ ਪੜ੍ਹ ਕੇ, ਜਿਹੜੀ ਇਤਿਹਾਸ ਨੂੰ ਪੜ੍ਹ ਕਰਕੇ ਗੁਰੂ ਸਾਹਿਬਾਂ ਦੇ ਸੰਪੂਰਨ ਅਰਥ ਸਿੱਖ ਕੇ ਕਥਾ ਕਰਨੀ ਹੈ, ਦੂਜਿਆਂ ਨੂੰ ਕਥਾ ਸਿਖਾਉਣੀ, ਪਾਠ ਸਿਖਾਉਣਾ ਹੈ, ਇਹ ਵੀ ਸੇਵਾ ਕਰਨੀ ਚਾਹੀਦੀ ਹੈ। ਤੇ ਸਾਧ ਸੰਗਤ ਮਹਾਰਾਜ ਦੀ ਐਸੀ ਕਿਰਪਾ ਹੋਈ, ਫਿਰ ਅਗਲਾ ਜਨਮ ਮਹਾਂਪੁਰਖਾਂ ਵਾਲਾ ਮਿਲਿਆ। ਔਰ ਫਿਰ ਸਾਧ ਸੰਗਤ ਬਚਪਨ ਵਿੱਚ 7 ਸਾਲ ਦੀ ਉਮਰ 'ਚ ਤਾਂ ਅਖੰਡ ਪਾਠੀ ਬਣ ਗਏ ਸੀ ਨਾ। 7 ਸਾਲ ਦੀ ਉਮਰ 'ਚ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖ ਤੇ ਸੰਤ ਗਿਆਨੀ ਸੁੰਦਰ ਸਿੰਘ ਮਹਾਂਪੁਰਖਾਂ ਦੇ ਚਰਨਾਂ ਵਿੱਚ ਆ ਕੇ ਬੇਅੰਤ ਸੇਵਾ ਕੀਤੀ। ਗੁਰਬਾਣੀ ਦੀ ਸੰਥਿਆ, ਅਰਥ ਪੜ੍ਹੇ, ਹੋਰ ਗ੍ਰੰਥ ਪੜ੍ਹਨਾ ਕੀਤੇ। ਆਪਣੇ ਜੀਵਨ 'ਚ 27 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ। ਤੇ ਜਿੱਥੋਂ ਤੱਕ ਦਾਸ ਨੂੰ ਪਤਾ ਹੈ, 10 ਕਥਾ 10ਵੇਂ ਗ੍ਰੰਥ ਮਹਾਰਾਜ ਦੀ ਕੀਤੀਆਂ। ਹੁਣ ਸਾਡੇ ਵਿੱਚ ਤਾਂ ਕੋਈ ਸੰਥ ਹੀ ਪੂਰੀ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਜਿਹੜੀ ਇੱਕ ਕਥਾ ਹੈ, ਉਹਨੂੰ ਜੇ ਵਿਸਥਾਰ ਨਾਲ ਕਰਨਾ ਹੋਵੇ ਤੇ ਸਾਧ ਸੰਗਤ 7-8 ਸਾਲ ਲੱਗ ਜਾਂਦੇ ਨੇ। ਜੇ ਸੰਖੇਪ ਅਰਥ ਕਰਨੇ ਹੋਣ ਫਿਰ 1.5-2 ਸਾਲ ਲੱਗ ਜਾਂਦੇ। ਆਪਣੇ ਵੀ ਇੱਥੇ ਚੱਲ ਰਹੀ ਹੈ ਕਥਾ, ਮਹਾਰਾਜ ਦੀ ਕਿਰਪਾ ਨਾਲ 10 ਸਾਲ ਤਾਂ ਹੋ ਹੀ ਗਏ, ਤੇ ਤਕਰੀਬਨ 1100 ਅੰਗ ਹੋਇਆ, 300 ਅੰਗ ਇਹ ਰਹਿੰਦਾ ਹੈ। ਸੋ ਜਿਹੜੀ ਇਹ ਬਖਸ਼ਿਸ਼ ਧੁਰੋਂ ਵਾਹਿਗੁਰੂ ਵੱਲੋਂ ਪ੍ਰਾਪਤ ਹੁੰਦੀ ਹੈ, ਤੇ ਮਹਾਂਪੁਰਖਾਂ ਨੇ ਸਾਰੀ ਅਵਸਥਾ ਹੀ, ਸਾਰੀ ਉਮਰ ਹੀ ਸਾਧ ਸੰਗਤ ਸਰੀਰ ਤਿਆਗਣ ਤੋਂ ਪਹਿਲਾਂ ਤੱਕ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 27 ਕਥਾ ਕੀਤੀਆਂ। ਔਰ 27ਵੀਂ ਕਥਾ ਜਿਹੜੀ ਸੀ ਉਹ ਮਾਝ ਰਾਗ ਤੇ ਚੱਲ ਰਹੀ ਸੀ ਜਦੋਂ ਮਹਾਂਪੁਰਖ ਸੱਚਖੰਡ ਚਲੇ ਗਏ। ਉਦੋਂ ਅੱਗੇ ਕਥਾ ਜਿਹੜੀ, ਸੋ ਇਸ ਤਰ੍ਹਾਂ ਵਿਚਾਰ ਕਿ ਕਰਮਖੰਡ ਕੀ ਬਾਣੀ ਚੋਰ। ਜਿਹੜਾ ਕਰਮਖੰਡ ਹੈ, ਇਹ ਸਾਧ ਸੰਗਤ ਇੱਥੇ ਬਾਣੀ ਦਾ ਜ਼ੋਰ ਆ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਉਹ ਗੁਰਮੁਖ ਨੇ, ਫਿਰ ਜੋ ਆਪਣੀ ਰਸਨਾ ਤੋਂ ਬਚਨ ਕਰਦੇ ਨੇ ਨਾ, ਜੋ ਇੱਛਾ ਕਰਦੇ ਨੇ ਉਹ ਪੂਰੀ ਹੋ ਜਾਂਦੀ ਹੈ। ਕਰਮ ਖੰਡ ਕੀ ਬਾਣੀ ਚੋਰ, ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਵੱਲੋਂ ਅਖੰਡ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ, ਗਿਆਨ ਪ੍ਰਾਪਤ ਹੋ ਜਾਂਦਾ ਹੈ। ਜਿੱਥੈ ਹੋਰ ਨਾ ਕੋਈ ਹੋਰ, ਫਿਰ ਉੱਥੇ ਵਸਣ ਵਾਲੇ ਜਿਹੜੇ ਗੁਰਮੁਖ ਉਹ ਸਨਮੁਖ ਹੁੰਦੇ ਨੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ। ਆਪਣੇ ਹਿਰਦੇ ਕਰਕੇ ਗੁਰੂ ਨਾਲ ਮਿਲੇ ਹੁੰਦੇ ਨੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਸਤਿਗੁਰਾਂ ਦੇ ਚਰਨ ਗੁਰੂ ਦਾ ਸ਼ਬਦ ਹੈ। ਗੁਰੂ ਸਾਹਿਬਾਂ ਦੇ ਸ਼ਬਦ ਨੂੰ, ਅੰਮ੍ਰਿਤ ਬਾਣੀ ਨੂੰ ਹਿਰਦੇ ਕਰਕੇ ਧਿਆਉਂਦੇ ਨੇ। ਅੰਤਰ ਆਤਮੈ ਸੰਭਾਲੇ, ਅੰਦਰ ਆਤਮਾ ਕਰਕੇ, ਆਪਣੇ ਮਨ ਕਰਕੇ ਸੰਭਾਲਦੇ ਰਹਿੰਦੇ ਨੇ। ਅੰਮ੍ਰਿਤ ਬਾਣੀ ਦੇ ਨਾਮ ਨੂੰ, ਅੰਮ੍ਰਿਤ ਬਾਣੀ ਦੇ ਉਪਦੇਸ਼ ਨੂੰ ਕਮਾਉਂਦੇ ਰਹਿੰਦੇ ਨੇ।
ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨ ਜਾਣੈ ਕੋਈ। ਆਪਾ ਭਾਵ ਛੱਡ ਕਰਕੇ ਸਦਾ ਗੁਰੂ ਸਾਹਿਬਾਂ ਦੇ ਆਸਰੇ ਰਹਿੰਦੇ ਨੇ। ਗੁਰੂ ਸਾਹਿਬਾਂ ਤੋਂ ਬਿਨਾਂ ਹੋਰ ਕਿਸੇ ਨੂੰ ਕੁਝ ਜਾਣਦੇ ਹੀ ਨਹੀਂ। ਇਹ ਉਹਨਾਂ ਗੁਰਮੁਖਾਂ ਦੀ ਅਵਸਥਾ ਹੈ ਜਿਹੜੇ ਸਨਮੁਖ ਹਨ। ਤਿੱਥੈ ਹੋਰ ਨਾ ਕੋਈ ਹੋਰ, ਉੱਥੇ ਹੋਰ ਕੋਈ ਗਿਆਨ ਨਹੀਂ ਹੁੰਦਾ, ਹੋਰ ਕੋਈ ਦੇਵੀ ਦੇਵਤੇ ਦੀ ਪੂਜਾ ਨਹੀਂ ਹੁੰਦੀ, ਹੋਰ ਕੋਈ ਇੱਛਾ ਨਹੀਂ ਹੁੰਦੀ ਮੈਨੂੰ ਕੋਈ ਰਿੱਧੀਆਂ ਸਿੱਧੀਆਂ ਮਿਲ ਜਾਣ, ਲੋਕਾਂ ਦੀ ਵਡਿਆਈ ਮਿਲ ਜੇ, ਮੈਨੂੰ ਕੋਈ ਹੋਰ ਸਾਧਨਾ ਕਰਨ ਮਿਲ ਜੇ, ਕੋਈ ਇੱਛਾ ਨਹੀਂ ਰਹਿੰਦੀ। ਹੋਰ ਨਾਮ ਹੈ ਸਾਰੇ ਰੁਕ ਜਾਂਦੇ ਨੇ, ਹੋੜੇ ਜਾਂਦੇ ਨੇ। ਪਹਿਲੇ ਹੋਰ ਦਾ ਅਰਥ ਹੈ ਵੀ ਹੋਰ ਕੋਈ ਸਾਧਨ ਦੀ ਇੱਛਾ ਨਹੀਂ ਰਹਿੰਦੀ, ਕਿਸੇ ਜਪ ਤਪ ਦੀ, ਸੰਜਮ ਦੀ, ਕਿਸੇ ਦੀ ਇੱਛਾ ਨਹੀਂ ਰਹਿੰਦੀ। ਤੇ ਵਾਹਿਗੁਰੂ ਪਰਮਾਤਮਾ ਉੱਥੇ ਸਾਰਾ ਕੁਝ ਹੋਰ ਹੋੜ ਦਿੰਦਾ ਹੈ, ਰੋਕ ਦਿੰਦਾ ਹੈ। ਕੇਵਲ ਉੱਥੇ ਨਾਮ ਹੀ ਰਹਿ ਜਾਂਦਾ ਹੈ, ਗਿਆਨ ਹੀ ਰਹਿ ਜਾਂਦਾ ਹੈ। ਤਿੱਥੈ ਜੋਧ ਮਹਾਬਲ ਸੂਰ। ਸਿੱਧ ਕਹਿਣ ਲੱਗੇ ਮਹਾਰਾਜ ਜੀ, ਉੱਥੇ ਜਿਹੜੇ ਉਹ ਗੁਰਮੁਖ ਜਿਨ੍ਹਾਂ ਦਾ ਵਾਸਾ ਹੋ ਜਾਂਦਾ ਹੈ, ਉਹ ਕੌਣ ਹਨ? ਇੱਥੇ ਕੋਈ ਪਹੁੰਚਦਾ ਵੀ ਹੈ? ਮਹਾਰਾਜ ਕਹਿੰਦੇ ਹਾਂ ਭਾਈ, ਤਿੱਥੈ ਜੋਧ ਮਹਾਬਲ ਸੂਰ। ਇਸ ਖੰਡ ਵਿੱਚ ਪਹੁੰਚਣ ਵਾਲੇ ਜਿਹੜੇ ਉਹ ਯੋਧੇ ਹਨ, ਰਥੀ। ਮਹਾਬਲ ਮਹਾਰਥੀ ਹਨ, ਸੂਰ ਸੂਰਮੇ ਹਨ। ਰਥੀ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਰਵਣ ਕੀਤਾ ਹੈ। ਮਹਾਰਥੀ ਜਿਹੜੇ ਮੰਨਣ ਕਰਦੇ ਨੇ, ਤੇ ਸੂਰਮੇ ਜਿਹੜੇ ਨਿਧਿਆਸਨ ਕਰਦੇ। ਇੱਕ ਤਾਂ ਉਹ ਜਿਨ੍ਹਾਂ ਨੇ ਆਪਣੇ ਮਨ ਨੂੰ ਬੁਰੇ ਸੰਕਲਪਾਂ ਵੱਲੋਂ ਰੋਕਿਆ ਹੋਇਆ ਹੈ। ਇੱਕ ਉਹ ਗੁਰਮੁਖ ਜਿਹੜੇ ਆਪਣੇ ਇੰਦਰੀਆਂ ਨੂੰ ਸਾਧ ਸੰਗ ਮਾੜੇ ਪਾਸਿਓਂ ਰੋਕ ਲੈਂਦੇ ਨੇ, ਜਿੱਤ ਲੈਣਾ ਕਰਦੇ ਨੇ। ਇੱਕ ਉਹ ਗੁਰਮੁਖ ਜਿਹੜੇ ਮਨ ਤੇ ਫਤਿਹ ਪਾ ਲੈਂਦੇ ਨੇ, ਮਨ ਜੀਤੈ ਜਗ ਜੀਤ। ਉਹ ਉੱਥੇ ਭਾਈ ਵਸਦੇ ਹਨ। ਤੈਨ ਮਹਿ ਰਾਮ ਰਹਿਆ ਭਰਪੂਰ। ਉਹਨਾਂ ਦੇ ਹਿਰਦੇ ਵਿੱਚ ਰਾਮ ਰਮੰਤੀ ਰਾਮਾ। ਰਾਮ ਦਾ ਅਰਥ ਹੈ ਵਾਹਿਗੁਰੂ। ਸਭੈ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ। ਜੋ ਜੋਤ ਰੂਪ ਹੋ ਕੇ ਸਭ ਤਾਵਾਂ ਤੇ ਸਮਾਇਆ ਹੋਇਆ ਹੈ, ਉਹ ਉੱਥੇ ਭਗਤਾਂ ਦੇ ਹਿਰਦੇ ਵਿੱਚ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਭਰਪੂਰ, ਲਪਾ ਲਪ ਹਿਰਦੇ ਵਿੱਚ ਸਮਾਇਆ ਹੋਇਆ ਹੈ। ਉਹਨਾਂ ਗੁਰਮੁਖਾਂ ਦੇ ਮਨ ਵਿੱਚ ਹਰ ਸਮੇਂ ਪਰਮਾਤਮਾ ਦੀ ਯਾਦ ਬਣੀ ਰਹਿੰਦੀ ਹੈ, ਕਦੇ ਉਹ ਭੁੱਲਦੇ ਨਹੀਂ ਹਨ। ਸੰਸਾਰ ਵਿੱਚ ਵਿਚਰਦਿਆਂ ਵੀ, ਆਪਣੀ ਕਿਰਤ ਕਰਦਿਆਂ ਵੀ, ਜੇ ਭਗਤ ਨਾਮਦੇਵ ਜੀ ਨੇ ਕਿਹਾ ਸੀ ਨਾ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੋਇਆ ਸਾਧ। ਕਿਰਤ ਕਰਦਿਆਂ ਵੀ, ਚੌਂਕੜਾ ਮਾਰ ਕੇ ਨਾਮ ਜਪਦਿਆਂ ਤਾਂ ਉਹਨਾਂ ਨੇ ਜਪਣਾ ਹੀ ਹੈ। ਸੁੱਤੇ ਪਿਆਂ ਵੀ ਸੁਰਤ ਸਤੋ ਗੁਣ ਵਿੱਚ ਲੀਨ ਹੋ ਕੇ ਵਾਹਿਗੁਰੂ ਵਿੱਚ ਸਮਾਈ ਰਹਿੰਦੀ ਹੈ। ਇਸ ਤਰ੍ਹਾਂ ਉਹਨਾਂ ਦੇ ਅੰਦਰ ਪੂਰੀ ਤਰ੍ਹਾਂ ਵਾਹਿਗੁਰੂ ਦਾ ਨਾਮ ਭਰਿਆ ਹੋਇਆ। ਦੁੱਖ ਸੁੱਖ ਵਿੱਚ ਵੀ, ਹਰਖ ਸੋਗ ਵਿੱਚ ਵੀ ਉਹ ਹਰ ਸਮੇਂ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਨੇ। ਤਿੱਥੈ ਸੀਤੋ ਸੀਤਾ ਮਹਿਮਾ ਮਾਹੀ। ਸਿੱਧ ਕਹਿਣ ਲੱਗੇ ਮਹਾਰਾਜ, ਜਿੱਥੇ ਰਾਮ ਹੈ ਉੱਥੇ ਸੀਤਾ ਵੀ ਹੁੰਦੀ ਹੈ। ਹੁਣ ਇਹਦੇ ਬਾਰੇ ਵੀ ਦੱਸ ਦੋ। ਸਤਿਗੁਰੂ ਕਹਿੰਦੇ ਹਾਂ ਭਾਈ, ਜਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉੱਥੇ ਵਾਹਿਗੁਰੂ ਪਰਮਾਤਮਾ ਉਹਨਾਂ ਭਗਤਾਂ ਦੇ ਹਿਰਦੇ ਵਿੱਚ ਮਹਿਮਾ ਰੂਪ ਹੋ ਕੇ, ਵਡਿਆਈ ਹੋ ਕੇ ਸੀਤਾ ਹੋਇਆ ਹੈ। ਜਿੱਥੇ ਮਹਾਰਾਜ ਭਜਨ ਕਰਦੇ, ਬਿਨ ਤਾਗੇ ਬਿਨ ਸੋਈ ਆਨੀ, ਮਨ ਹਰ ਭਗਤੀ ਸੰਗ ਸੀਵਨਾ।
ਬਿਨਾਂ ਧਾਗੇ ਤੋਂ, ਬਿਨਾਂ ਸੂਈ ਤੋਂ ਉਹਨਾਂ ਨੇ ਵਾਹਿਗੁਰੂ ਦੀ ਬੰਦਗੀ ਵਿੱਚ, ਪਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਸਿਉਂਤਾ ਹੋਇਆ ਹੈ। ਸੀਤੋ ਦਾ ਅਰਥ ਹੁੰਦਾ ਹੈ ਸਿਉਣਾ। ਜਿਵੇਂ ਕੱਪੜਾ ਸਿਉਂ ਲਈਦਾ ਨਾ, ਟੁੱਟਿਆ ਹੋਇਆ, ਕੱਟਿਆ ਹੋਇਆ ਜਿਹੜਾ ਕੱਪੜਾ ਹੈ ਉਹਨੂੰ ਅਸੀਂ ਸਿਉਂ ਕਰਕੇ ਗੰਢ ਲੈਂਦੇ ਹਾਂ। ਤੇ ਵਾਹਿਗੁਰੂ ਦੇ ਭਗਤ ਪਰਮਾਤਮਾ ਦੀ ਮਹਿਮਾ ਦੇ ਵਿੱਚ ਆਪਣੇ ਮਨ ਨੂੰ ਪਰਮਾਤਮਾ ਦੀ ਬੰਦਗੀ ਦੇ ਨਾਲ ਸਿਉਂ ਲੈਂਦੇ ਨੇ। ਮਨ ਹਰ ਭਗਤੀ ਸੰਗ ਸੀਵਨਾ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਉੱਥੇ ਮਹਾਰਾਜ ਕਹਿੰਦੇ ਉਹਨਾਂ ਭਗਤਾਂ ਦੇ ਹਿਰਦੇ ਵਿੱਚ ਸੀਤੋ ਸੀਤਾ, ਸੀਤਲਤਾ ਹੀ ਸੀਤਲਤਾ ਹੈ। ਸੀਤਲਤਾ ਨਾਮ ਹੁੰਦਾ ਠੰਡ ਦਾ। ਜਿਵੇਂ ਅਸੀਂ ਕਹਿੰਦੇ ਤੂੰ ਠੰਡ ਰੱਖ ਭਾਈ, ਤੂੰ ਸ਼ਾਂਤੀ ਰੱਖ। ਉਹਨਾਂ ਦੇ ਭਗਤਾਂ ਦੇ ਹਿਰਦੇ ਜਿਹੜੇ ਨੇ ਇੰਨੇ ਠੰਡੇ ਨੇ, ਠਹਿਰਾਅ ਵਿੱਚ ਨੇ, ਟਿਕੇ ਹੋਏ ਨੇ, ਸ਼ਾਂਤ ਚਿੱਤ ਨੇ, ਹਰ ਸਮੇਂ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਨੇ। ਜਿੱਥੇ ਮਹਾਰਾਜ ਬਚਨ ਕਰਦੇ, ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਦਾ ਨਾਮ ਸਭ ਤੋਂ ਜ਼ਿਆਦਾ ਸੀਤਲ ਹੈ ਸਾਧ ਸੰਗਤ। ਚੰਦਨ ਵੀ ਠੰਡਾ ਮੰਨਿਆ ਜਾਂਦਾ ਹੈ, ਚੰਦਰਮਾ ਦੀ ਜਿਹੜੀ ਚਾਂਦਨੀ ਆ ਉਹ ਵੀ ਠੰਡੀ ਮੰਨੀ ਜਾਂਦੀ ਹੈ। ਸਰਦੀ ਦੀ ਰੁੱਤ ਹੁਣ ਆ ਰਹੀ ਹੈ, ਕਿੰਨੀ ਠੰਡੀ ਰੁੱਤ ਹੈ ਨਾ, ਪੱਖੇ ਚਲਾਉਣ ਦੀ ਲੋੜ ਨਹੀਂ ਪੈਂਦੀ, ਸਗੋਂ ਮੋਟੇ ਕੱਪੜੇ ਪਾਉਣੇ ਪੈਂਦੇ ਆ। ਪਰ ਫਿਰ ਵੀ ਜਿਹੜੇ ਮਨ ਹੈ ਉਹ ਕ੍ਰੋਧ ਨਾਲ, ਈਰਖਾ ਦੇ ਨਾਲ ਸੜਦਾ ਰਹਿੰਦਾ। ਅੰਦਰ ਤਾਂ ਅੱਗ ਹੁੰਦੀ ਹੈ ਨਾ। ਹੁਣ ਜਿਹੜੇ ਬ੍ਰਾਹਮਣ ਨੇ ਉਹ ਆਪਣੇ ਮਸਤਕ ਤੇ ਚੰਦਨ ਘਸਾ ਕੇ ਲਾ ਲੈਂਦੇ ਨੇ, ਪਰ ਗੁੱਸਾ ਉਹਨਾਂ ਦਾ ਦੂਰ ਨਹੀਂ ਹੁੰਦਾ। ਇਸ ਤਰ੍ਹਾਂ ਹੀ ਚੰਦਰਮਾ ਦੀ ਚਾਂਦਨੀ ਦੇ ਹੇਠਾਂ ਕੋਈ ਬੈਠਾ ਹੋਵੇ, ਭਾਵੇਂ ਠੰਡੀ ਹਵਾ ਚੱਲਦੀ ਹੋਵੇ, ਪਰ ਮਨ ਦਾ ਕ੍ਰੋਧ ਨਹੀਂ ਦੂਰ ਹੁੰਦਾ। ਸਰਦੀ ਦੀ ਰੁੱਤ ਹੋਵੇ, ਕਿੰਨੀ ਮਰਜ਼ੀ ਠੰਡ ਹੋਵੇ ਬਾਹਰ, ਪਰ ਹਿਰਦੇ ਵਿੱਚੋਂ ਈਰਖਾ, ਦਵੈਖ ਨਹੀਂ ਦੂਰ ਹੁੰਦੀ, ਕ੍ਰੋਧ ਦੂਰ ਨਹੀਂ ਹੁੰਦਾ। ਤੇ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਲਾ ਹੈ ਉਹਦਾ ਮਨ ਸੁਤੇ ਹੀ ਠੰਡਾ ਹੋ ਜਾਂਦਾ ਹੈ, ਸੀਤਲ ਹੋ ਜਾਂਦਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਸਤਿਗੁਰੂ ਜੀ ਬਚਨ ਕਰਦੇ ਭਾਈ, ਉੱਥੇ ਭਗਤਾਂ ਦਾ ਜਿਹੜਾ ਮਨ ਹੈ ਵਾਹਿਗੁਰੂ ਦੀ ਮਹਿਮਾ ਦੇ ਵਿੱਚ ਸਿਫਤ ਕਰਦਿਆਂ, ਗੁਣ ਗਾਉਂਦਿਆਂ ਸੀਤੋ ਸਿਉਂਤਾ ਹੋਇਆ ਹੈ। ਤਾਂ ਕਿ ਰੂਪ ਨਾ ਕਥਨੇ ਜਾਹੇ। ਉਹਨਾਂ ਗੁਰਮੁਖਾਂ ਦੇ ਜਿਹੜੇ ਸਰੂਪ ਹਨ ਕਿਹੋ ਜਿਹੇ ਨੇ ਉਹ ਕਥਨ ਨਹੀਂ ਕੀਤੇ ਜਾ ਸਕਦੇ। ਇੱਕ ਤਾਂ ਸਲੋਕ, ਇੱਕ ਸਰੂਪ, ਇੱਕ ਸਮੀਪ ਤੇ ਇੱਕ ਸੁਚੁੱਜ, ਇਹ ਚਾਰ ਮੁਕਤੀਆਂ ਮੰਨੀਆਂ ਨੇ। ਸਲੋਕ ਦਾ ਅਰਥ ਹੁੰਦਾ ਹੈ ਲੋਕ ਦੀ ਪ੍ਰਾਪਤੀ ਹੋ ਜਾਣੀ। ਜਿੱਥੇ ਪਰਮਾਤਮਾ ਦਾ ਲੋਕ ਹੈ ਨਾ, ਜਿਵੇਂ ਅਸੀਂ ਕਹਿੰਦੇ ਹਾਂ ਇਹ ਬੰਦਾ ਫਲਾਣੇ ਦੇਸ਼ ਦਾ ਵਾਸੀ ਹੈ, ਅਸੀਂ ਭਾਰਤ ਦੇ ਵਾਸੀ ਕਹਾਉਂਦੇ ਹਾਂ। ਕੋਈ ਕੈਨੇਡਾ ਦਾ ਰਹਿਣ ਵਾਲਾ ਹੈ, ਕੋਈ ਅਮਰੀਕਾ, ਕੋਈ ਨਿਊਜ਼ੀਲੈਂਡ, ਵੱਖੋ ਵੱਖਰੇ ਦੇਸ਼ਾਂ ਦੇ। ਇਸ ਤਰ੍ਹਾਂ ਭਗਤ ਜਿਹੜੇ ਪਰਮਾਤਮਾ ਦੇ ਦੇਸ਼ ਦੇ ਵਾਸੀ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ ਸਲੋਕ ਮੁਕਤੀ। ਇਹ ਪਰਮਾਤਮਾ ਦੇ ਦੇਸ਼ ਦੇ ਵਾਸੀ ਹੋ ਗਏ। ਇੱਕ ਹੁੰਦਾ ਸਮੀਪ। ਸਮੀਪ ਕਹਿੰਦੇ ਨੇ ਪਰਮਾਤਮਾ ਦੀ ਨੇੜਤਾ ਮਿਲ ਜਾਣੀ। ਜਿਵੇਂ ਕੋਈ ਕਿਸੇ ਦੇਸ਼ ਦਾ ਵਾਸੀ ਵੀ ਹੋਵੇ ਤੇ ਉੱਥੋਂ ਦੇ ਰਾਜੇ ਦਾ ਨਿਕਟਵਰਤੀ ਵੀ ਬਣ ਜੇ, ਦੋ ਗੱਲਾਂ ਬਣ ਗਈਆਂ ਨਾ। ਇੱਕ ਮਹਾਰਾਜ ਕਹਿੰਦੇ ਸਮੀਪ, ਜਿਹੜੇ ਹੁੰਦੇ ਸਾਧ ਸੰਗਤ ਭਗਤ ਪਰਮਾਤਮਾ ਦੀ ਨੇੜਤਾ ਵਾਲੇ ਬਣ ਜਾਂਦੇ ਨੇ। ਇੰਨੇ ਗੁਣ, ਇੰਨੀ ਉਹਨਾਂ ਦੀ ਵਡਿਆਈ ਹੁੰਦੀ ਹੈ। ਤੇ ਇੱਕ ਸਰੂਪ ਹੁੰਦਾ, ਉਹਨਾਂ ਨੂੰ ਪਰਮਾਤਮਾ ਵਰਗਾ ਸਰੂਪ ਮਿਲ ਜਾਂਦਾ ਹੈ। ਇੱਕ ਸੁਚੁੱਜ ਹੁੰਦਾ। ਸੁਚੁੱਜ ਕਹਿੰਦੇ ਨੇ ਜਿਵੇਂ ਪਰਮਾਤਮਾ ਇੱਕ ਸਮੇਂ ਕਈ ਰੂਪ ਧਾਰਨ ਕਰਕੇ ਸੰਸਾਰ ਵਿੱਚ ਵਿਚਰ ਸਕਦਾ ਹੈ।
ਇੱਕ ਤੋਂ ਅਨੇਕਾਂ ਰੂਪ ਧਾਰਨ ਕਰਕੇ। ਇਸ ਤਰ੍ਹਾਂ ਜਿਹੜੇ ਭਗਤ ਨੇ ਉਹਨਾਂ 'ਚ ਤਾਕਤ ਬਣ ਜਾਂਦੀ ਹੈ ਵੀ ਉਹ ਆਪਣੇ ਵਰਗੇ ਕਈ ਰੂਪ ਧਾਰਨ ਕਰਕੇ ਸੰਸਾਰ 'ਚ ਵਿਚਰ ਸਕਦੇ ਨੇ, ਆਪਣੇ ਵਰਗੇ। ਪਰ ਉਹਨਾਂ ਵਿੱਚ ਇੱਕ ਕਮੀ ਰਹਿੰਦੀ ਹੈ। ਜਿਵੇਂ ਲੂਣ ਪਾਣੀ 'ਚ ਤਾਂ ਘੁਲ ਜਾਂਦਾ, ਪਰ ਉਹਦੀ ਆਪਣੀ ਜਿਹੜੀ ਉਹ ਲੂਣ ਵਾਲੀ ਖਾਰੇਪਨ ਵਾਲੀ ਹੁੰਦੀ ਹੈ ਨਾ, ਉਹ ਦੂਰ ਨਹੀਂ ਹੁੰਦੀ, ਉਹ ਖਾਰਾਪਣ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਹੀ ਜਿਹੜੇ ਪੈਦਾ ਕਰਨਾ, ਪਾਲਣਾ ਤੇ ਲੈਤਾ ਕਰਨਾ, ਇਹ ਤਿੰਨ ਗੁਣ ਨੇ, ਇਹ ਤਿੰਨ ਸ਼ਕਤੀਆਂ ਨੇ, ਇਹ ਪਰਮਾਤਮਾ ਵਿੱਚ ਹੀ ਹਨ, ਇਹ ਉਹਨਾਂ 'ਚ ਨਹੀਂ ਆਉਂਦੀਆਂ। ਪਰ ਇੱਕ ਮੁਕਤੀ ਮੰਨੀ ਜਾਂਦੀ ਹੈ, ਪੰਜਵੀਂ ਜਿਹੜੀ ਕੇਵਲ ਮੁਕਤੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਗੁਰਮਤਿ ਵਿੱਚ ਮੰਨੀ ਜਾਂਦੀ ਹੈ। ਪਰਮਾਤਮਾ ਵਿੱਚ ਲੀਨ ਹੋ ਜਾਣਾ, ਅਭੇਦ ਹੋ ਜਾਣਾ, ਮਿਲ ਜਾਣਾ। ਇਸ ਤਰ੍ਹਾਂ ਜਿਵੇਂ ਕਿਰਨਾਂ ਸੂਰਜ 'ਚ ਮਿਲ ਜਾਂਦੀਆਂ, ਜਿਵੇਂ ਪਾਣੀ ਪਾਣੀ 'ਚ ਮਿਲ ਜਾਂਦਾ ਹੈ। ਬ੍ਰਹਮ ਹੈ ਬ੍ਰਹਮ ਮਿਲਿਆ, ਕੋਇ ਨਾ ਸਾਕੈ ਭਿੰਨ ਕਰ ਬਲਰਾਮ ਜੀਓ। ਤਾਂ ਕਿ ਰੂਪ ਨਾ ਕਥਨੇ ਜਾਹੇ, ਜਿਹੜੇ ਉੱਥੇ ਵਸਣ ਵਾਲੇ ਭਗਤ ਹਨ, ਉਹਨਾਂ ਦੇ ਸਰੂਪ ਕਥਨ ਵਿੱਚ ਨਹੀਂ ਆਉਂਦੇ। ਮਹਾਰਾਜ ਕਹਿੰਦੇ ਵੀ ਉਹ ਕਿਹੋ ਜਿਹੇ ਨੇ ਭਾਈ, ਉਹਨਾਂ ਦਾ ਰੂਪ ਰੰਗ ਕਿਹੋ ਜਿਹਾ ਹੈ, ਆਕਾਰ ਕਿਹੋ ਜਿਹਾ ਹੈ, ਇਹ ਕਿਹਾ ਨਹੀਂ ਜਾ ਸਕਦਾ। ਉਹਨਾਂ ਦਾ ਕਿਸ ਤਰ੍ਹਾਂ ਦਾ ਸਰੂਪ ਬਣਿਆ ਹੋਇਆ ਹੈ, ਇਹ ਵੀ ਨਹੀਂ ਕਿਹਾ ਜਾ ਸਕਦਾ। ਜਿਵੇਂ ਪਰਮਾਤਮਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇਹੋ ਗੁਣ ਤੇ ਪ੍ਰਭ ਹੈ ਨਾ, ਤਿੰਨਾਂ ਗੁਣਾਂ ਤੋਂ ਭਿੰਨ ਹੈ ਨਾ। ਇਸ ਤਰ੍ਹਾਂ ਪਰਮਾਤਮਾ ਦੇ ਭਗਤ ਵਾਹਿਗੁਰੂ ਵਿੱਚ ਮਿਲ ਕਰਕੇ ਰੂਪ ਰੰਗ ਤੋਂ ਨਿਆਰੇ ਹੋ ਜਾਂਦੇ, ਕਹੇ ਨਹੀਂ ਜਾ ਸਕਦੇ। ਨਾ ਉਹ ਮਰਹੇ ਨਾ ਠਾਗੇ ਜਾਹੇ। ਮਹਾਰਾਜ ਕਹਿੰਦੇ ਉਹ ਜਿਵੇਂ ਜੀਵਾਂ ਨੂੰ ਕਾਲ ਮਾਰਦਾ ਹੈ ਨਾ, ਮੌਤ ਮਾਰਦੀ ਹੈ, ਜਿਹੜਾ ਔਗਣ ਹੈ ਉਹ ਸਾਡੇ ਗੁਣਾਂ ਨੂੰ ਮਾਰ ਦਿੰਦੇ ਨੇ। ਸਾਡੇ ਅੰਦਰ ਕੋਈ ਗੁਣ ਹੋਵੇ ਤੇ ਔਗਣ ਨੂੰ ਮਾਰ ਦਿੰਦੇ ਨੇ। ਪਰ ਮਹਾਰਾਜ ਕਹਿੰਦੇ ਜਿਹੜੇ ਉਹ ਭਗਤ ਨੇ, ਉਹ ਕਾਲ ਦੇ ਮਾਰੇ ਹੋਏ ਜਾਂ ਕਿਸੇ ਔਗਣ ਦੇ ਮਾਰੇ ਹੋਏ ਮਰਦੇ ਨਹੀਂ, ਤੇ ਨਾ ਹੀ ਠੱਗੇ ਜਾਂਦੇ ਭਾਈ। ਸੰਸਾਰ ਨੂੰ ਠੱਗਿਆ ਹੋਇਆ ਮਹਾਰਾਜ ਬਚਨ ਕਰਦੇ, ਰੂਪ ਜਾਤ ਜੋਬਨ, ਜਿਹੜੇ ਇੱਕ ਤਾਂ ਰੂਪ ਹੋ ਗਿਆ, ਇੱਕ ਜਾਤ ਹੋ ਗਈ, ਰਾਜ ਮਾਲ, ਰੂਪ ਜਾਤ ਜੋਬਨ, ਪੰਜੇ ਠੱਗ। ਇੰਨੀ ਠੱਗੀ ਜਗ ਠੱਗਿਆ, ਕਿਸੇ ਨਾ ਰਹੀ ਲੱਜ। ਇੱਕ ਤਾਂ ਰਾਜ ਹੋ ਗਿਆ, ਇਹ ਕਹਿੰਦੇ ਇਹਦੇ ਕੋਲ ਬੜਾ ਰਾਜ ਹੈ, ਰਾਜ ਭਾਗ ਦੇ ਵਿੱਚ ਕਿੰਨੇ ਸੁੱਖ ਹੁੰਦੇ ਨੇ। ਇੱਕ ਮਾਲ ਕਹਿੰਦੇ ਨੇ ਇਕੱਲੇ ਪਦਾਰਥ ਮਿਲ ਜਾਣੇ, ਕਿਸੇ ਆਦਮੀ ਨੂੰ ਬਹੁਤ ਧਨ ਮਿਲ ਜੇ, ਪਦਾਰਥ ਮਿਲ ਜਾਣ। ਜਾਤ ਕਹਿੰਦੇ ਉੱਚੀ ਜਾਤ ਹੋ ਗਈ, ਰੂਪ ਬਣ ਗਿਆ, ਸੋਹਣਾ ਰੂਪ ਹੋਵੇ। ਤੇ ਇਸ ਤਰ੍ਹਾਂ ਹੀ ਜੋਬਨ, ਜਵਾਨੀ, ਇਹਨਾਂ ਪੰਜਾਂ ਠੱਗਾਂ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ। ਸਾਧ ਸੰਗਤ ਇੰਨੀ ਠੱਗਣ ਠੱਗ ਸੀ, ਪਰ ਇਹਨਾਂ ਨੂੰ ਠੱਗਣ ਵਾਲੇ ਕੌਣ ਨੇ ਪੰਜਾਂ ਨੂੰ? ਉਹ ਹਨ ਮਹਾਤਮਾ ਗੁਰਮੁਖ, ਜਿਹੜੇ ਕਿਸੇ ਰਾਜ ਦੀ ਪ੍ਰਵਾਹ ਨਹੀਂ ਕਰਦੇ, ਜਾਤ ਦੀ ਪ੍ਰਵਾਹ ਨਹੀਂ ਕਰਦੇ, ਰੂਪ ਦੀ ਪ੍ਰਵਾਹ ਨਹੀਂ ਕਰਦੇ, ਰੰਗ ਦੀ, ਕਿਸੇ ਜ਼ੁਬਾਨੀ ਦੀ ਪ੍ਰਵਾਹ ਨਹੀਂ ਕਰਦੇ। ਉਹ ਕੇਵਲ ਵਾਹਿਗੁਰੂ ਦੇ ਨਾਮ ਦੇ ਵਿੱਚ ਮਿਲੇ ਰਹਿੰਦੇ। ਇਹਨਾਂ ਪੰਜਾਂ ਨੂੰ ਠਾਗਣ ਵਾਲੇ ਨੇ। ਨਾ ਉਹ ਮਰਹੇ ਨਾ ਠਾਗੇ ਜਾਹੇ, ਪਰਮਾਤਮਾ ਦੇ ਭਗਤ ਨਾ ਹੀ ਮਹਾਰਾਜ ਕਹਿੰਦੇ ਕਿਸੇ ਔਗਣ ਕਰਕੇ, ਬੁਰਿਆਈ ਕਰਕੇ ਮਾਰੇ ਜਾਂਦੇ ਨੇ, ਕਾਲ ਕਰਕੇ ਨਹੀਂ ਮਾਰੇ ਜਾਂਦੇ। ਤੇ ਨਾ ਹੀ ਜਿਹੜੇ ਇਹ ਪੰਜ ਠੱਗ ਨੇ ਉਹਨਾਂ ਨੂੰ ਠੱਗ ਸਕਦੇ ਨੇ। ਮਹਾਂਪੁਰਖਾਂ ਨੂੰ ਇਹਨਾਂ ਪੰਜਾਂ ਨੇ ਕਦੇ ਵੀ ਆਪਣਾ ਅਸਰ ਨਹੀਂ ਪਾ ਸਕੇ। ਇੰਨਾ ਉੱਚਾ ਸੁੱਚਾ ਜੀਵਨ ਉਹਨਾਂ ਦਾ ਗੁਰਮੁਖਾਂ ਦਾ ਹੁੰਦਾ ਹੈ। ਜਨ ਕੈ ਰਾਮ ਵਸੈ ਮਨ ਮਾਹੀ, ਕਿਹਨਾਂ ਦੇ ਤਾਈਂ?
ਜਿਨ੍ਹਾਂ ਦੇ ਹਿਰਦੇ ਵਿੱਚ, ਮਨ ਦੇ ਵਿੱਚ ਰਾਮ ਪਰਮਾਤਮਾ ਵਸਦਾ ਹੈ, ਹਰ ਸਮੇਂ ਵਸਦਾ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਹਿਰਦੇ ਵਿੱਚ ਨਾਮ ਹੀ ਨਾਮ ਹੈ। ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ ਹਰ ਧਨ ਪੈਸੇ, ਹਰ ਧਨ ਜਾਗਤ ਸੂਤਾ। ਜਿਨ੍ਹਾਂ ਨੂੰ ਉੱਠਦਿਆਂ ਬੈਠਦਿਆਂ ਸੁੱਤਿਆਂ ਪਿਆਂ ਕੰਮ ਕਰਦਿਆਂ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਸਾਧ ਸੰਗਤ, ਹਿਰਦੇ 'ਚ ਵਸਿਆ ਹੋਇਆ ਹੈ। ਜਿਨ ਕੈ ਰਾਮ ਵਸੈ ਮਨ ਮਾਹੇ। ਜਿਹਦੇ ਹਿਰਦੇ 'ਚ ਵਸ ਜਾਂਦਾ ਹੈ ਨਾ, ਉੱਥੇ ਫਿਰ ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤਾ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਕਹਿੰਦੇ ਮੈਂ ਕਿਰਤ ਕਰਦਾ, ਜੁਲਾਹੇ ਸਨ, ਖੱਡੀ ਦੇ ਵਿੱਚ ਕੱਪੜਾ ਬੁਣਿਆ ਕਰਦੇ। ਹੁਣ ਕੱਪੜੇ ਬੁਣਨ ਵਾਸਤੇ ਧਾਗਾ ਤਾਂ ਪਾਉਣਾ ਹੀ ਪੈਂਦਾ ਨਾ। ਜਦੋਂ ਖੱਡੀ ਦੇ ਵਿੱਚ ਧਾਗਾ ਪਾਉਣਾ ਹੈ ਨਾਲੀ ਵਿੱਚ, ਉਹ ਬੜੀ ਇਕਾਗਰਤਾ ਰੱਖਣੀ ਪੈਂਦੀ, ਬੜਾ ਇਹ ਬਰੀਕ ਕੰਮ ਹੁੰਦਾ। ਕਹਿੰਦੇ ਜਦੋਂ ਮੈਂ ਧਾਗਾ ਪਾਉਂਦਾ ਨਾ ਤਾਂ ਮੈਨੂੰ ਪਰਮਾਤਮਾ ਭੁੱਲ ਜਾਂਦਾ, ਧਿਆਨ ਉੱਧਰ ਆ ਜਾਂਦਾ। ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਕਹਿੰਦੇ ਮੈਨੂੰ ਇੰਨਾ ਵੀ ਫਿਕਰ ਰਹਿੰਦਾ ਵੀ ਕਿਉਂ ਭੁੱਲ ਗਿਆ, ਇੰਨਾ ਸਮਾਂ ਕਿਉਂ ਭੁੱਲ ਗਿਆ ਮੈਨੂੰ, ਵੀ ਧਾਗਾ ਪਾਉਣ ਲੱਗਿਆ ਕਿਉਂ ਵਿਸਰ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਇੰਨਾ ਹਿਰਦੇ ਵਿੱਚ ਗਹਿਰਾ ਵਸਿਆ ਹੋਇਆ ਹੈ ਵਾਹਿਗੁਰੂ ਦਾ ਨਾਮ ਉਹਨਾਂ ਦੇ, ਇਸ ਕਰਕੇ ਉਹ ਠੱਗੇ ਨਹੀਂ ਜਾਂਦੇ। ਉਹਨਾਂ ਨੂੰ ਨਾ ਹੀ ਰਾਜ, ਨਾ ਹੀ ਮਾਲ, ਨਾ ਹੀ ਜੋਬਨ, ਨਾ ਹੀ ਜਾਤ ਤੇ ਨਾ ਹੀ ਜਵਾਨੀ ਠੱਗ ਸਕਦੇ, ਕਿਉਂਕਿ ਇਹ ਚੀਜ਼ਾਂ ਚਲੇ ਜਾਣ ਵਾਲੀਆਂ ਨੇ। ਵਾਹਿਗੁਰੂ ਦਾ ਨਾਮ ਸਦਾ ਸਾਡੇ ਨਾਲ ਰਹਿੰਦਾ ਹੈ, ਇੱਥੇ ਸੰਸਾਰ ਵਿੱਚ ਵੀ ਤੇ ਪਰਲੋਕ ਵਿੱਚ ਵੀ। ਇੱਥੇ ਭਗਤ ਵਸਹਿ ਕੇ ਲੋ। ਮਹਾਰਾਜ ਕਹਿੰਦੇ ਉਸ ਲੋਕ ਦੇ ਵਿੱਚ ਪਰਮਾਤਮਾ ਦੇ ਭਗਤ ਹੀ ਵਸਦੇ ਨੇ। ਜਿਹੜਾ ਕਰਮ ਖੰਡ ਹੈ ਨਾ, ਉੱਥੇ ਦੁਨੀਆਦਾਰ ਕੋਈ ਨਹੀਂ ਵਸ ਸਕਦਾ। ਉੱਥੇ ਵਾਹਿਗੁਰੂ ਦੇ ਭਗਤ ਵਸਦੇ ਨੇ, ਜਿਹੜੇ ਨਾਮ ਦੇ ਅਭਿਆਸੀ ਨੇ। ਹੁਣ ਭਗਤ ਕੌਣ ਹੈ? ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ। ਇੱਕ ਤਾਂ ਬਸ ਅਸੀਂ ਕਹਿੰਦੇ ਹਾਂ ਵੀ ਮੈਂ ਸੰਸਾਰੀ ਵੀ ਬਣਿਆ ਰਹਾਂ, ਸੰਸਾਰ ਦੇ ਲੋਕਾਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ ਵੀ ਖੁਸ਼ ਕਰੀ ਜਾਵਾਂ, ਆਪਣੇ ਮਨ ਨੂੰ ਵੀ ਜਿਵੇਂ ਸੰਸਾਰ ਚਾਹੁੰਦਾ ਮੈਂ ਉਹੋ ਜਿਹਾ ਬਣ ਕੇ ਰਹਾਂ, ਲੋਕ ਚਾਹੁੰਦੇ ਮੈਂ ਉਹ ਜਿਹਾ ਬਣ ਕੇ ਰਹਾਂ, ਦੋਸਤਾਂ ਮਿੱਤਰਾਂ ਸੁਸਾਇਟੀ ਵਿੱਚ। ਦੂਜੇ ਪਾਸੇ ਕਵੇ ਵੀ ਮੈਂ ਬੰਦਗੀ ਵੀ ਕਰ ਲਾਂ। ਸੰਸਾਰੀਆਂ ਤੇ ਭਗਤਾਂ ਦਾ ਕਦੇ ਜੋੜ ਨਹੀਂ ਨਾ ਬਣਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਭਗਤ ਨੇ ਉਹਨਾਂ ਦੀ ਚਾਲ ਹੀ ਵੱਖਰੀ ਹੈ। ਬਈ ਅੰਮ੍ਰਿਤ ਵੇਲੇ ਉੱਠਣਾ ਪੈਣਾ, ਸੰਸਾਰੀ ਬੰਦਾ ਕਿੱਥੇ ਅੰਮ੍ਰਿਤ ਵੇਲੇ ਉੱਠ ਵੜੂਗਾ। ਹੁਣ ਤਾਂ ਕਹੂਗਾ ਵੀ 9-10 ਵਜੇ, ਪਹਿਲਾਂ ਤਾਂ ਅੱਜ ਕੱਲ੍ਹ ਸੌਂਦੇ ਟਾਈਮ ਨਾਲ ਨਹੀਂ, 12 ਵਜਾ ਦਿੰਦੇ ਨੇ। 12 ਮਾਪੇ ਕਹੀ ਜਾਂਦੇ ਨੇ ਸੌਂ ਜਾ ਪੁੱਤ, ਕਹਿੰਦਾ ਮੈਂ ਸਵੇਰੇ ਕਰਨਾ ਕੀ ਆ। ਉਹਨੂੰ ਪਤਾ ਹੀ ਨਹੀਂ ਸਵੇਰੇ ਕੀ ਕਰਨਾ। ਗਲਤੀ ਸਾਡੀ ਵੀ ਹੈ। ਜੇ ਅਸੀਂ ਉੱਠ ਕੇ ਚੌਂਕੜਾ ਮਾਰ ਕੇ ਬਾਣੀ ਪੜ੍ਹਦੇ ਹੁੰਦੇ, ਨਿੱਕੇ ਹੁੰਦੇ ਸਾਨੂੰ ਦੇਖਦੇ ਵੀ ਮੇਰਾ ਬਾਪੂ ਗੁਰਦੁਆਰੇ ਜਾਂਦਾ ਰੋਜ਼ਾਨਾ, ਅੰਮ੍ਰਿਤ ਵੇਲੇ ਸੇਵਾ ਕਰਦਾ, ਬਾਣੀ ਪੜ੍ਹਦਾ, ਮੇਰੀ ਮਾਤਾ ਬਾਣੀ ਪੜ੍ਹਦੀ ਹੈ, ਤੇ ਪਤਾ ਲੱਗ ਜਾਣਾ ਸੀ ਕੀ ਕਰਨਾ ਅੰਮ੍ਰਿਤ ਵੇਲੇ ਅਸੀਂ। ਉਹਨਾਂ ਨੂੰ ਇਹ ਵਿਹਲਾ ਹੀ ਕੰਮ ਲੱਗਦਾ ਹੈ। ਹੈਗੇ ਵੀ ਨੇ ਜਿਹੜੇ ਜੁੜੇ ਹੋਏ ਨੇ, ਸਾਰੇ ਨਹੀਂ ਇੱਕੋ ਜਿਹੇ ਹੁੰਦੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਭਗਤ ਨੇ ਉਹਨਾਂ ਦੀ ਚਾਲ ਵੱਖਰੀ ਹੁੰਦੀ ਹੈ। ਉਹਨਾਂ ਦਾ ਖਾਣਾ ਵੀ ਵੱਖਰਾ ਹੁੰਦਾ, ਸੌਣਾ ਵੀ, ਰਹਿਣਾ, ਬੋਲਣਾ, ਸਾਰਾ ਕੁਝ ਵੱਖਰਾ ਹੀ ਹੁੰਦਾ ਹੈ। ਤਿੱਥੈ ਭਗਤ ਵਸਹਿ ਕੇ ਲੋ। ਉੱਥੇ ਪਰਮਾਤਮਾ ਦੇ ਭਗਤ ਵਸਦੇ ਨੇ ਉਸ ਲੋਕ ਦੇ ਵਿੱਚ, ਜਾਂ ਉਹ ਜਿਹੜਾ ਲੋਕ ਹੈ ਨਾ ਪਰਮਾਤਮਾ ਦੇ ਭਗਤਾਂ ਦੇ ਵਸਣ ਵਾਲਾ ਹੈ। ਭਗਤ ਕਿਵੇਂ ਵਸਦੇ ਨੇ? ਕੀਰਤਨ ਆਧਾਰ, ਵਾਹਿਗੁਰੂ ਦਾ ਜਸ ਕਰਦਿਆਂ, ਨਾਮ ਜਪਦਿਆਂ ਉੱਥੇ ਵਸਦੇ। ਸਾਧ ਸੰਗਤ, ਸਰੀਰ ਕਰਕੇ ਨਹੀਂ ਵਸਿਆ ਜਾਂਦਾ, ਮਨ ਉੱਥੇ ਜਾ ਕੇ ਵਸਦਾ ਹੈ। ਜਿੱਥੇ ਭਗਤ ਰਵਿਦਾਸ ਜੀ ਬਚਨ ਕਰਦੇ, ਬੇਗਮਪੁਰਾ ਸ਼ਹਿਰ ਕੋ ਨਾਓ, ਨਾ ਤਸਵੀਸ ਖਰਾਸ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕਹਿੰਦੇ
ਅਸੀਂ ਉਸ ਸ਼ਹਿਰ ਵਿੱਚ ਰਹਿੰਦੇ ਹਾਂ ਜਿੱਥੇ ਕੋਈ ਗਮ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਸੋਗ ਨਹੀਂ ਹੈ, ਕੋਈ ਵੈਰੀ ਨਹੀਂ ਹੈ। ਉੱਥੇ ਪਰਮਾਤਮਾ ਦੇ ਭਗਤ ਵਸਦੇ ਨੇ, ਵਾਹਿਗੁਰੂ ਦਾ ਜਸ ਕਰਦੇ ਆ। ਕਰਹਿ ਆਨੰਦ ਸੱਚਾ ਮਨ ਸੋਏ। ਫਿਰ ਉੱਥੇ ਵਸ ਕੇ ਕੀ ਕਰਦੇ ਨੇ ਭਾਈ? ਮਹਾਰਾਜ ਕਹਿੰਦੇ ਆਨੰਦ ਕਰਦੇ ਨੇ। ਸੱਚੇ ਵਾਹਿਗੁਰੂ ਨਾਲ ਮਿਲੇ ਹੋਏ ਮਨ ਕਰਕੇ ਉਹ ਪਰਮਾਤਮਾ ਦੇ ਭਗਤ ਉੱਥੇ ਆਨੰਦ ਕਰਦੇ ਨੇ, ਆਨੰਦ ਵਿੱਚ ਰਹਿੰਦੇ ਨੇ, ਟਿਕੇ ਰਹਿੰਦੇ ਨੇ ਆਨੰਦ ਵਿੱਚ, ਰਸ ਵਿੱਚ। ਉਹਨਾਂ ਦਾ ਮਨ ਥੱਲੇ ਆਉਂਦਾ ਹੀ ਨਹੀਂ। ਜਿਹੜਾ ਮਨ ਹੈ ਨਾ, ਹਮੇਸ਼ਾ ਉਸ ਆਨੰਦ ਵਿੱਚ ਲੀਨ ਰਹਿੰਦਾ ਹੈ। ਸਰੀਰ ਕਰਕੇ ਭਾਵੇਂ ਉਹ ਸਾਡੇ ਵਿੱਚ ਵਿਚਰਦੇ ਸਾਨੂੰ ਦਿਸਦੇ ਹੋਣਗੇ ਵੀ ਆਹ ਤਾਂ ਮੇਰੇ ਕੋਲ ਹੀ ਬੈਠਾ ਹੈ, ਪਰ ਮਨ ਕਰਕੇ ਕਿਤੇ ਹੋਰ ਪਹੁੰਚੇ ਹੁੰਦੇ ਨੇ। ਕਰਹਿ ਆਨੰਦ ਸੱਚਾ ਮਨ ਸੋਏ। ਸੱਚਾ ਵਾਹਿਗੁਰੂ ਉਹਨਾਂ ਭਗਤਾਂ ਦੇ ਹਿਰਦੇ ਵਿੱਚ ਆਨੰਦ ਹੀ ਆਨੰਦ ਕਰ ਦਿੰਦਾ ਹੈ। ਉਹਨਾਂ ਨੂੰ ਹੋਰ ਕੁਝ ਰਹਿੰਦਾ ਹੀ ਨਹੀਂ ਮਨ ਵਿੱਚ, ਕੋਈ ਲਾਲਸਾ, ਕੋਈ ਇੱਛਾ, ਕੋਈ ਆਸਾ ਨਹੀਂ ਰਹਿੰਦੀ। ਸਾਰੀਆਂ ਮਿਟ ਜਾਂਦੀਆਂ ਨੇ, ਕੇਵਲ ਤੇ ਕੇਵਲ ਆਨੰਦ ਹੀ ਰਹਿ ਜਾਂਦਾ, ਜਿਸ ਅਵਸਥਾ ਨੂੰ ਕੋਈ ਕਹਿ ਨਹੀਂ ਸਕਦਾ। ਭਗਤ ਕਬੀਰ ਜੀ ਨੂੰ ਪੁੱਛਿਆ ਕਿਸੇ ਨੇ ਵੀ ਮੈਨੂੰ ਦੱਸੋ ਉਸ ਅਵਸਥਾ ਬਾਰੇ। ਭਗਤ ਜੀ ਕਹਿੰਦੇ ਮੈਂ ਨਹੀਂ ਦੱਸ ਸਕਦਾ ਬਈ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਹੁਣ ਇੱਕ ਬੰਦਾ ਥੱਲੇ ਧਰਤੀ ਤੇ ਖੜਾ ਹੈ ਤੇ ਦੂਜਾ ਖੜਾ ਹੈ 10ਵੀਂ ਮੰਜ਼ਿਲ ਤੇ ਉਹਨੂੰ ਅਸੀਂ ਆਵਾਜ਼ ਮਾਰ ਕੇ ਦੱਸੀਏ ਵੀ ਤੈਨੂੰ ਕਿਵੇਂ ਜਿਹਾ ਲੱਗਦਾ ਥੱਲੇ, ਉਹ ਕਹੇਗਾ ਤੂੰ ਆਪੇ ਉੱਤੇ ਆ ਕੇ ਦੇਖ ਲਾ। ਜੇ ਜੋ ਮੈਂ ਦੇਖ ਰਿਹਾ ਤੋ ਉਹ ਕੋਈ ਦੇਖਣਾ ਚਾਹੁੰਦਾ ਤੇ ਉੱਤੇ ਆ ਕੇ ਦੇਖ, ਮੇਰੇ ਸਮਝਾਇਆ ਤੈਨੂੰ ਸਮਝ ਨਹੀਂ ਪੈਣੀ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਦੋਂ ਉਹ ਗੁਰਮੁਖ ਉੱਥੇ ਵਸ ਜਾਂਦੇ ਨੇ, ਫਿਰ ਉਹੀ ਜਾਣਦੇ ਨੇ ਉੱਥੇ ਕੀ ਆਨੰਦ ਸੁੱਖ ਹੈ। ਕਰਹਿ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ। ਹੁਣ ਇੱਥੋਂ ਤੱਕ ਮਹਾਰਾਜ ਨੇ ਸਨਮੁਖ ਦੀ ਅਵਸਥਾ ਦੱਸੀ। ਅੱਗੇ ਸਤਿਗੁਰੂ ਮਹਾਰਾਜ ਸਾਨੂੰ ਹੁਣ ਗੁਰਮੁਖ ਦੀ ਅਵਸਥਾ ਦੱਸਦੇ ਨੇ। ਸੱਚਖੰਡ ਵਸੈ ਨਿਰੰਕਾਰ। ਹੇ ਭਾਈ, ਜਿਹੜੇ ਗੁਰਮੁਖ ਨੇ ਉਹਨਾਂ ਦਾ ਸੱਚ ਦੇ ਵਿੱਚ ਵਾਸਾ ਹੋ ਜਾਂਦਾ ਹੈ। ਜਿੱਥੇ ਸੱਚਖੰਡ ਵਿੱਚ ਕੇਵਲ ਤੇ ਕੇਵਲ ਨਿਰੰਕਾਰ ਹੀ ਹੈ, ਉੱਥੇ ਹੋਰ ਕੁਝ ਨਹੀਂ ਹੈ। ਕੇਵਲ ਤੇ ਕੇਵਲ ਅਕਾਲ ਪੁਰਖ। ਨਿਰੰਕਾਰ ਕੀ ਹੈ? ਸਤ ਚਿੱਤ ਆਨੰਦ ਸਰੂਪ, ਆਕਾਰਾਂ ਤੋਂ ਰਹਿਤ ਹੈ, ਮੋਹ ਮਾਇਆ ਤੋਂ ਰਹਿਤ ਹੈ। ਉਸ ਖੰਡ ਦੇ ਵਿੱਚ ਕੇਵਲ ਨਿਰੰਕਾਰ ਦਾ ਵਾਸਾ ਹੈ, ਜਿੱਥੇ ਜਾ ਕਰਕੇ ਭਗਤ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ, ਲੀਨ ਹੋ ਜਾਂਦੇ। ਕਰ ਕਰ ਵੇਖੈ ਨਦਰ ਨਿਹਾਲ। ਤੇ ਵਾਹਿਗੁਰੂ ਪਰਮਾਤਮਾ ਫਿਰ ਉੱਥੇ ਆਪਣੇ ਭਗਤਾਂ ਤੇ ਨਦਰ ਮਿਹਰ ਕਰਕੇ ਦੇਖਦਾ, ਉਹਨਾਂ ਤੇ ਕਿਰਪਾ ਕਰਕੇ ਵਾਰ-ਵਾਰ ਮਿਹਰ ਦੇ ਨਾਲ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਨਦਰ ਦੇ ਨਾਲ, ਮਿਹਰ ਦੇ ਨਾਲ ਦੇਖਦਾ ਹੈ। ਤਿੱਥੈ ਖੰਡ ਮੰਡਲ ਵਰ ਭੰਡ। ਉੱਥੇ ਮਹਾਰਾਜ ਕਹਿੰਦੇ ਜਿਹੜੇ ਖੰਡ ਹਨ ਨਾ, 9 ਖੰਡ ਤੇ ਮੰਡਲ 400 ਕੋਹ ਦਾ ਜਿਹੜਾ ਗੋਲਾਕਾਰ ਆਕਾਰ ਹੁੰਦਾ ਹੈ ਦੇਸ਼, ਤੇ ਵਰਭੰਡ ਨਾਮ ਹੈ 21 ਪੁਰੀਆਂ ਦਾ ਜਿਹੜਾ ਬ੍ਰਹਿਮੰਡ ਹੈ। ਉੱਥੇ ਵਸਣ ਵਾਲੇ ਭਗਤਾਂ ਨੂੰ ਸਾਰਾ ਗਿਆਨ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਉੱਥੇ ਫਿਰ ਸਾਰੇ ਖੰਡਾਂ ਦੇ, ਸਾਰੇ ਮੰਡਲਾਂ ਦੇ ਤੇ ਸਾਰੇ ਬ੍ਰਹਿਮੰਡ ਦੇ ਭਗਤ ਆ ਕੇ ਵਸੇ ਹੋਏ ਨੇ। ਕੋਈ ਕਿੱਥੋਂ ਚੱਲ ਕੇ ਆਇਆ, ਕੋਈ ਕਿੱਥੋਂ ਚੱਲ ਕੇ, ਕੋਈ ਕਿਹੜੀ ਕਮਾਈ ਕਰਕੇ ਆਇਆ। ਕਿਸੇ ਨੇ ਸਤ ਸੰਗਤ ਕੀਤੀ, ਕਿਸੇ ਨੇ ਸੇਵਾ ਕੀਤੀ, ਕਿਸੇ ਨੇ ਨਾਮ ਜਪਿਆ, ਕਿਸੇ ਨੇ ਘਰ-ਬਾਰ ਤਿਆਗ ਕਰਕੇ ਕਿਵੇਂ ਬੰਦਗੀ ਕੀਤੀ, ਜਿਵੇਂ ਭਗਤ ਫਰੀਦ ਜੀ ਨੇ ਕਿੰਨੀ ਬੰਦਗੀ ਕੀਤੀ। ਕੋਈ ਕਿਹੜੇ ਦੇਸ਼ ਦਾ ਵਾਸੀ ਹੈ, ਕੋਈ ਕਿਹੜੇ ਦੇਸ਼ ਦਾ ਵਾਸੀ ਹੈ। ਮਹਾਰਾਜ ਕਹਿੰਦੇ ਸਾਰੇ ਹੀ ਉੱਥੇ ਆ ਕੇ ਇਕੱਠੇ ਹੋ ਜਾਂਦੇ। ਜੇ ਕੋ ਕਥੈ ਤਾਂ ਅੰਤ ਨਾ ਅੰਤ।
ਜੇ ਕੋਈ ਉਹਨਾਂ ਬਾਰੇ ਆਖਣ ਲੱਗ ਜਾਵੇ ਇਹ ਫਲਾਣੇ ਦੇਸ਼ ਦਾ ਭਗਤ ਹੈ, ਇਹਨੇ ਇਹ ਬੰਦਗੀ ਕੀਤੀ ਹੈ, ਮਹਾਰਾਜ ਕਹਿੰਦੇ ਕੋਈ ਕਥਨ ਨਹੀਂ ਕਰ ਸਕਦਾ। ਅੰਤ ਨਾ ਅੰਤ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਵੀ ਕਿੰਨੇ ਕੁ ਭਗਤ ਨੇ, ਕਿੰਨੇ ਦੇਸ਼ਾਂ ਦੇ ਨੇ, ਕਿੰਨੀਆਂ ਕਿੰਨੀਆਂ ਕਮਾਈਆਂ ਕਰਕੇ ਆਏ ਹੋਏ ਨੇ। ਉਸ ਕਹਿਣ ਵਾਲੇ ਦਾ ਅੰਤ ਹੋ ਜਾਂਦਾ ਹੈ। ਜੇ ਕੋ ਕਥੈ ਤਾਂ ਅੰਤ ਨਾ ਅੰਤ। ਫਿਰ ਮਹਾਰਾਜ ਕਹਿੰਦੇ ਉਸ ਸੱਚਖੰਡ ਬਾਰੇ ਵੀ ਕੋਈ ਕਹਿ ਨਹੀਂ ਸਕਦਾ ਭਾਈ। ਜੇ ਕੋਈ ਕਥਨ ਕਰਨ ਲੱਗ ਜਾਵੇ ਤਾਂ ਉਹਦਾ ਅੰਤ ਹੋ ਜਾਂਦਾ ਹੈ, ਸਮਾਂ ਮੁੱਕ ਜਾਂਦਾ ਹੈ ਵਿਚਾਰੇ ਦਾ। ਤਿੱਥੈ ਲੋ ਲੋ ਆਕਾਰ, ਉੱਥੇ ਕੀ ਹੈ? ਕੋਈ ਆਕਾਰ ਨਹੀਂ ਹੈ ਉੱਥੇ। ਤਾਂ ਮਹਾਰਾਜ ਕਹਿੰਦੇ ਜੋਤ ਹੀ ਹੈ, ਜੋਤ ਦਾ ਹੀ ਆਕਾਰ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਜੇ ਕੋਈ ਆਕਾਰ ਦਿਸਦਾ ਤੇ ਕੇਵਲ ਪ੍ਰਕਾਸ਼ ਹੀ ਦਿਸਦਾ। ਕੋਈ ਰੂਪ ਰੰਗ ਇਹ ਨਹੀਂ ਵੀ ਅੱਖਾਂ ਵੱਖਰੀਆਂ ਦਿਸਦੀਆਂ ਨੇ। ਜਿਵੇਂ ਅਸੀਂ ਕਿਸੇ ਦਾ ਮੁੱਖ ਦੇਖ ਕੇ ਪਛਾਣ ਲੈਂਦੇ ਨੇ ਵੀ ਫਲਾਨਾ ਹੈ, ਇਹ ਫਲਾਨਾ ਹੈ, ਇਹ ਫਲਾਨੇ ਦੇਸ਼ ਦਾ ਹੈ, ਇਹ ਕੋਈ ਗੋਰਾ ਹੈ, ਇਹ ਕੋਈ ਕਾਲਾ ਹੈ, ਇਹ ਮਧਰ ਹੈ, ਇਹ ਕਿਹੋ ਜਿਹਾ, ਸਾਰਾ ਦੇਖ ਲੈਂਦੇ ਆ ਨਾ। ਪਰ ਮਹਾਰਾਜ ਕਹਿੰਦੇ ਕੇਵਲ ਉੱਥੇ ਪ੍ਰਕਾਸ਼ ਹੀ ਦਿਸਦਾ ਭਗਤਾਂ ਦਾ, ਕੋਈ ਰੂਪ ਰੰਗ ਆਕਾਰ ਨਹੀਂ ਦਿਸਦਾ। ਤਿੱਥੈ ਲੋ ਲੋ ਆਕਾਰ, ਉੱਥੇ ਭਗਤਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਹੀ ਪ੍ਰਕਾਸ਼ ਦਿਸਦਾ। ਕੋਈ ਹੋਰ ਵੈਰ ਵਿਰੋਧ, ਜਿਵੇਂ ਸਾਡੇ ਹਿਰਦਿਆਂ 'ਚ ਕੀ ਕੁਝ ਹੁੰਦਾ, ਔਰ ਜਿਹੜਾ ਕੋਈ ਸਾਡੇ ਹਿਰਦੇ 'ਚ ਹੁੰਦਾ ਉਹ ਬਾਹਰ ਨਿਕਲਦਾ ਸਾਡੇ ਵਿਚਾਰਾਂ ਦੁਆਰਾ। ਪਰ ਮਹਾਰਾਜ ਕਹਿੰਦੇ ਉੱਥੇ ਤਾਂ ਕੇਵਲ ਜੋਤ ਹੀ ਰਹਿ ਜਾਂਦੀ ਹੈ ਅੰਦਰ, ਹੋਰ ਅੰਦਰ ਕੁਝ ਰਹਿੰਦਾ ਹੀ ਨਹੀਂ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੈ ਉਵੇਂ ਉਵੇਂ ਫਿਰ ਭਗਤਾਂ ਤੋਂ ਵਾਹਿਗੁਰੂ ਕਾਰ ਕਰਾਉਂਦਾ। ਉਹਨਾਂ ਭਗਤਾਂ ਨੂੰ ਹੁਕਮ ਦੇ ਕੇ ਸੰਸਾਰ 'ਚ ਭੇਜਦਾ ਵੀ ਜਾਓ ਤੂੰ ਇਹ ਕੰਮ ਕਰਨਾ ਹੈ, ਇਸ ਤਰ੍ਹਾਂ ਸੰਸਾਰ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣਾ, ਉਹਨਾਂ ਨੂੰ ਮਰਿਆਦਾ ਸਿਖਾਓ, ਉਹਨਾਂ ਨੂੰ ਰਹਿਤ 'ਚ ਰੱਖੋ, ਨਾਮ ਜਪਾਓ, ਗਰੀਬਾਂ ਦੇ ਦੁੱਖ ਦੂਰ ਕਰੋ, ਸਹਾਇਤਾ ਕਰੋ। ਇਸ ਤਰ੍ਹਾਂ ਫਿਰ ਉਹ ਭਗਤ ਜਿਹੜੇ ਨੇ ਸਾਧ ਸੰਗਤ ਦੇਖੋ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਕੋਈ ਬਹੁਤੀ ਉੱਚੀ ਜਾਤ ਵਾਲੇ ਨਹੀਂ ਹਨ, ਪਰ ਬੰਦਗੀ ਦੇਖੋ ਕਿੰਨੀ ਕੀਤੀ। ਸਾਡੇ ਕੋਲ ਸਾਰੇ ਪਦਾਰਥ ਵੀ ਹੁੰਦੇ ਨੇ, ਫਿਰ ਵੀ ਕਹਿੰਦੇ ਆ, ਘਬਰਾਏ ਫਿਰਦੇ ਆ ਵੀ ਮੇਰੀਆਂ ਬੜੀਆਂ ਲੋੜਾਂ ਨੇ, ਮੇਰੇ ਬੜੀਆਂ ਜ਼ਿੰਮੇਵਾਰੀਆਂ ਨੇ, ਮੈਥੋਂ ਨਹੀਂ ਨਾਮ ਜਪਿਆ ਜਾਂਦਾ, ਸੰਗਤ ਕੀਤੀ ਜਾਂਦੀ। ਪਰ ਦੇਖੋ ਸਾਨੂੰ ਉਹਨਾਂ ਦੇ ਜੀਵਨ ਪੜ੍ਹ ਕੇ ਸੇਧ ਲੈਣੀ ਚਾਹੀਦੀ ਹੈ ਵੀ ਲੋੜਾਂ ਤਾਂ ਉਹਨਾਂ ਦੀਆਂ ਵੀ ਸੀਗੀਆਂ ਨਾ, ਪਰਿਵਾਰ ਤਾਂ ਉਹਨਾਂ ਦੇ ਵੀ ਸੀਗੇ, ਤੇ ਉਹਨਾਂ ਦਾ ਨਾਮ ਅਜੇ ਤੱਕ ਹੈ, ਰਹਿੰਦੀ ਦੁਨੀਆ ਤੱਕ। ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਉਹਨਾਂ ਭਗਤਾਂ ਨੂੰ ਹੁਕਮ ਹੁੰਦਾ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਫਿਰ ਉਹੋ ਜੀ ਉਹ ਸੰਸਾਰ ਵਿੱਚ ਆ ਕੇ ਕਾਰ ਕਰਦੇ ਨੇ, ਕੰਮ ਕਰਦੇ ਨੇ, ਹੁਕਮ ਮਨਾਉਂਦੇ ਨੇ, ਆਪ ਵੀ ਨਾਮ ਜਪਦੇ ਨੇ, ਮਰਿਆਦਾ 'ਚ ਰਹਿੰਦੇ ਨੇ, ਸੰਸਾਰੀ ਜੀਵਾਂ ਨੂੰ ਨਾਮ ਜਪਣ ਵਾਸਤੇ ਪ੍ਰੇਰਿਤ ਕਰਦੇ ਨੇ ਭਾਈ, ਬੰਦਗੀ ਕਰਾਉਂਦੇ ਨੇ। ਵੇਖੈ ਵਿਗਸੈ ਕਰ ਵਿਚਾਰ, ਫਿਰ ਸਤਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਵਿਚਾਰ ਕਰਕੇ ਉਹਨਾਂ ਨੂੰ ਦੇਖਦਾ ਤੇ ਪ੍ਰਸੰਨ ਹੁੰਦਾ। ਉਹ ਭਗਤ ਵੀ ਪਰਮਾਤਮਾ ਦਾ ਵਿਚਾਰ ਕਰਦੇ ਨੇ, ਵਾਹਿਗੁਰੂ ਦੇ ਸਰੂਪ ਨੂੰ ਦੇਖਦੇ ਨੇ ਤੇ ਫਿਰ ਖਿੜ ਜਾਂਦੇ ਨੇ ਵੀ ਧੰਨ ਹੈ ਵਾਹਿਗੁਰੂ। ਜਿੱਥੇ ਮਹਾਰਾਜ ਨੇ ਬਚਨ ਕੀਤੇ ਨਾ, ਵਿਸਵਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ। ਅਸੀਂ ਸੰਸਾਰ 'ਚ ਰਹਿੰਦੇ, ਸਾਨੂੰ ਇੰਨੀ ਹੈਰਾਨਗੀ ਨਹੀਂ ਹੁੰਦੀ, ਇੱਕ ਦੂਜੇ ਨੂੰ ਸੁਣਦੇ ਆ ਨਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਦੇਖੋ ਮਿੱਟੀ ਦੇ ਪੁਤਲੇ ਹਨ ਤੇ ਵਿੱਚ ਹਵਾ ਬੋਲ ਰਹੀ ਹੈ, ਕਿਵੇਂ ਸ਼ਬਦ ਪ੍ਰਗਟ ਹੋ ਰਹੇ, ਕਿਵੇਂ ਨਾਦ ਪੈਦਾ ਹੋ ਰਿਹਾ, ਵਿਸਮਾਦ ਨਾਦ ਵਿਸਮਾਦ ਵੇਦ। ਫਿਰ ਸਾਰਿਆਂ ਨੂੰ ਗਿਆਨ ਵੀ ਹੈ ਆਪੋ ਆਪਣਾ, ਵਿਸਮਾਦ ਭੇਦ, ਵੱਖੋ ਵੱਖਰੇ ਭੇਦ ਬਣਾਉਣਾ ਕੀਤੇ ਨੇ, ਵਿਸਮਾਦ ਜੀ ਵਿਸਮਾਦ ਜੰਤ, ਛੋਟੇ ਵੱਡੇ ਵੱਖੋ ਵੱਖਰੇ ਜੀਵ ਬਣਾਏ ਨੇ। ਜੇ ਕੀੜੀ ਬਣਾ ਕੇ ਛੱਡ ਦਿੱਤੀ ਉਹਨੂੰ ਐ ਥੋੜੀ ਜਿਹੀ ਇਕੱਲਾ ਜੀਵਨ ਹੀ ਦਿੱਤਾ, ਉਹਦੀ ਸੰਭਾਲ ਵੀ ਕਰ ਰਿਹਾ। ਹੈਰਾਨ ਕਰਨ ਵਾਲਾ ਹੈ। ਉਹ ਗੁਰਮੁਖ ਵਿਸਮਾਦ ਅਵਸਥਾ ਚਲੇ ਜਾਂਦੇ ਨੇ, ਖਿੜੇ ਰਹਿੰਦੇ ਨੇ ਹਰ ਸਮੇਂ,
ਨਾਨਕ ਕਥਨਾ ਕਰੜਾ ਸਾਰ। ਸਤਿਗੁਰੂ ਨਾਨਕ ਦੇ ਮਹਾਰਾਜ ਬਚਨ ਕਰਦੇ ਭਾਈ, ਉਹਨਾਂ ਗੁਰਮੁਖਾਂ ਦੀ ਅਵਸਥਾ ਨੂੰ ਕਥਨ ਕਰਨਾ ਬੜਾ ਹੀ ਕਰੜਾ ਹੈ, ਬੜਾ ਹੀ ਔਖਾ ਹੈ। ਜਿਵੇਂ ਸਾਧ ਸੰਗਤ ਜਿਹੜਾ ਸੋਨਾ ਹੈ ਨਾ, ਉਹਨੂੰ ਕੇਵਲ ਜਿਹੜਾ ਸੁਨਿਆਰ ਵੀਰ ਹੈ ਉਹ ਹੀ ਸ਼ੁੱਧ ਕਰ ਸਕਦਾ ਹੈ। ਆਮ ਬੰਦੇ ਦੀ ਗੱਲ ਨਹੀਂ ਹੁੰਦੀ ਵੀ ਹਰੇਕ ਹੀ ਚੱਕੂਗਾ ਸੋਨੇ ਦੀ ਡਲੀ ਵੀ ਮੈਂ ਇਹਨੂੰ ਸ਼ੁੱਧ ਕਰ ਲੈਂਦਾ, ਨਹੀਂ। ਜਾਂ ਉਹਦੇ ਤੋਂ ਗਹਿਣਾ ਬਣਾਉਣਾ ਕੇਵਲ ਸੁਨਿਆਰ ਦਾ ਕੰਮ ਹੀ ਹੁੰਦਾ। ਫਿਰ ਜਿਹੜਾ ਸਾਰ ਲੋਹਾ ਹੁੰਦਾ, ਸਾਰ ਲੋਹਾ, 21 ਮਣ ਲੋਹੇ ਨੂੰ ਕੁੱਟੀ ਜਾਈਏ 5 ਮਣ ਜਦੋਂ ਰਹਿ ਜਾਂਦਾ ਉਹਨੂੰ ਸਾਰ ਕਹਿੰਦੇ ਨੇ। 21 ਮਣ ਤੋਂ ਕੁੱਟ ਕੇ ਫਿਰ ਕਹਿੰਦੇ ਸਾਰ ਲੋਹਾ ਬਣਦਾ। ਇਸ ਤਰ੍ਹਾਂ ਜਿਹੜੇ ਭਗਤ ਨੇ ਉਹਨਾਂ ਨੇ ਜੀਵਨ ਕਮਾ ਕੇ ਬੜੀਆਂ ਬੰਦਗੀਆਂ ਨਾਮ ਸਿਮਰ ਦੀ ਕਮਾਈ ਕਰਕੇ ਸਾਧ ਸੰਗਤ ਜੀਵਨ ਇੰਨਾ ਸਰਲ ਤੇ ਸੱਚਾ ਬਣਾਇਆ ਹੁੰਦਾ ਹੈ, ਉਹਨਾਂ ਦਾ ਕਥਨਾ ਕਰਨਾ ਬੜਾ ਔਖਾ ਹੈ। ਕਥਨ ਨਹੀਂ ਕੀਤਾ ਜਾ ਸਕਦਾ। ਭਗਤਾਂ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਉਹ ਕਿਸੇ ਰੂਪ 'ਚ ਵੀ ਹੋ ਸਕਦੇ ਨੇ। ਕੋਈ ਗ੍ਰਸਤੀ ਵੀ ਹੋ ਸਕਦਾ ਹੈ, ਕੋਈ ਤਿਆਗੀ ਵੀ ਹੋ ਸਕਦਾ ਹੈ, ਵਿਰਾਗੀ ਵੀ। ਉਹਦਾ ਕੋਈ ਰੂਪ ਰੰਗ ਨਹੀਂ ਹੁੰਦਾ। ਨਾਨਕ ਕਥਨਾ ਕਰੜਾ ਸਾਰ। ਮਹਾਰਾਜ ਕਹਿੰਦੇ ਜਿਵੇਂ ਮੋਮ ਦੇ ਨਾਲ ਮੋਮ ਦੇ ਦੰਦ ਹੋਣ ਤੇ ਲੋਹਾ ਚੱਬਣਾ ਔਖਾ ਹੁੰਦਾ ਨਾ, ਇਸ ਤਰ੍ਹਾਂ ਇਹ ਭਾਈ ਜਿਹੜਾ ਇਹ ਸਾਰ ਹੈ ਸਿਧਾਂਤ, ਇਹਨੂੰ ਕਥਨ ਕਰਨਾ ਬੜਾ ਔਖਾ ਹੈ। ਅਸੀਂ ਤਾਂ ਮਹਾਰਾਜ ਬਚਨ ਕਰਦੇ ਭਾਈ ਜਿੰਨਾ ਕੁ ਕਿਹਾ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਕਿਹਾ ਹੈ। ਉਹ ਆਪ ਵਾਹਿਗੁਰੂ ਨੇ ਕਹਾਇਆ ਹੈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਪਰ ਉਹ ਪਰਮਾਤਮਾ ਉਹਦੇ ਭਗਤਾਂ ਦਾ ਸਰੂਪ ਕਹਿਣ ਕਥਨ ਵਿੱਚ ਨਹੀਂ ਆਉਂਦਾ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਾਧ ਸੰਗਤ ਇੱਥੋਂ ਤੱਕ ਸਾਨੂੰ 5 ਖੰਡਾਂ ਦਾ ਉਪਦੇਸ਼ ਬਖਸ਼ਿਆ। 5 ਖੰਡਾਂ ਦੇ ਵਿੱਚ ਪਹਿਲਾ ਸਤ ਸੰਗੀ ਹੈ, ਜਿਹੜਾ ਧਰਮ ਖੰਡ ਹੈ। ਦੂਜਾ ਜਿਹੜਾ ਗਿਆਨ ਖੰਡ ਹੈ, ਉਹਦੇ 'ਚ ਸੇਵਕ ਦੀ ਅਵਸਥਾ ਦੱਸੀ ਹੈ। ਤੀਜਾ ਸ਼ਰਮ ਖੰਡ ਦੇ ਵਿੱਚ ਮਹਾਰਾਜ ਜਿਹੜਾ ਸਿੱਖ ਹੁੰਦਾ ਉਹਦੀ ਅਵਸਥਾ ਦੱਸਦੇ ਨੇ। ਚੌਥਾ ਕਰਮ ਖੰਡ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਜਿਹੜੇ ਸਨਮੁਖ ਹੋ ਜਾਂਦੇ ਉਹਨਾਂ ਦੀ ਅਵਸਥਾ ਦੱਸੀ। ਜਿਹੜਾ ਸੱਚਖੰਡ ਹੈ ਉੱਥੇ ਗੁਰਮੁਖ ਦੀ ਅਵਸਥਾ ਦੱਸੀ ਹੈ। ਗੁਰਮੁਖ ਇੰਨੇ ਉੱਚੇ ਹੁੰਦੇ ਨੇ। ਇਹੋ ਜਿਹਾ ਜੀਵਨ ਬਣਾਈਏ। ਬਾਣੀ ਪੜ੍ਹਿਆ ਕਰੋ, ਨਾਮ ਦਾ ਅਭਿਆਸ ਕਰੋ, ਗੁਰਬਾਣੀ ਦੀ ਵਿਚਾਰ, ਸਤ ਸੰਗਤ, ਸੇਵਾ, ਇਹ ਸਾਡੇ ਵਾਸਤੇ ਸਤਿਗੁਰਾਂ ਨੇ ਬਣਾਏ ਨੇ ਭਾਈ। ਅਸੀਂ ਲਾਹਾ ਲੈਣਾ ਹੈ ਆਪਣੇ ਜੀਵਨ ਅੰਦਰ। ਸਤਿਗੁਰੂ ਜੀ ਕਿਰਪਾ ਕਰਨ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।